ਜਦੋਂ ਉੱਪਰੋਂ ਜਲਨਸ਼ੀਲ ਪਦਾਰਥ ਛਿੜਦੇ ਆ, ਹਵੇਲੀ ਨੂੰ ਅੱਗ ਲੱਗ ਜਾਂਦੀ ਆ ਜੀ, ਤੇ ਜਿਹੜੇ ਹੈਗੇ ਆ ਲੋਕ ਬਾਹਰ ਨੂੰ ਭੱਜਦੇ ਆ। ਇੱਥੇ ਇੱਕ 2 ਸਾਲ ਦਾ ਬੱਚਾ ਸਤਿੰਦਰ ਸਿੰਘ, ਹਾਂਜੀ, ਉਹ ਕਾਬੂ ਆ ਜਾਂਦਾ ਭੀੜ ਦੇ ਤੇ ਲੱਤਾਂ ਦੇ ਨਾਲ ਫੜ ਕੇ ਇਸ ਜਗ੍ਹਾ ਦੇ ਉੱਤੇ ਪਟਕਾ ਕੇ ਉਹਨੂੰ ਸ਼ਹੀਦ ਕਰਦੇ ਆ। ਕਿਸਾਨ ਪਰਾਲੀ ਪੰਜਾਬ ਦਾ ਜਾਲੂਗਾ, 1 ਕਰੋੜ ਜੁਰਮਾਨਾ ਤੇ 5 ਸਾਲ ਦੀ ਜੇਲ੍ਹ। ਸਿੱਖ ਨੂੰ ਡਾਲੇਗਾ ਤੁਹਾਨੂੰ DGP, ਸਿੱਖ ਨੂੰ ਡਾਲੇਗਾ SSP। ਇਹ ਸਾਡੇ ਦੇਸ਼ ਦੀ ਡੈਮੋਕ੍ਰੇਸੀ ਦਾ ਹਾਲ ਹੈ। ਅਸੀਂ ਜਦ ਵੀ ਇੱਥੇ ਕੋਈ ਕਾਰਵਾਈ ਕਰਨ ਦੀ ਕੋਸ਼ਿਸ਼ ਕਰਦੇ ਹਾਂ ਕਿ ਬਈ ਇਹਨੂੰ ਉਸਾਰੀ ਕਰੀਏ, ਫਿਰ ਉਹ ਆਪਣੇ ਜਿਹੜੇ 1-2 ਚਮਚੇ ਲਾ ਰੱਖੇ ਨੇ ਨਾ ਬਾਦਲ ਸਰਕਾਰ ਨੇ, ਉਹ ਆਪਣੇ ਚਮਚੇ ਭੇਜ ਦਿੰਦੇ ਨੇ ਇੱਥੇ ਤਾਂ ਕਿ ਇਹ ਕੁਛ ਨਾ ਖੇਡਣਾ ਨਾ ਖੇਡਣ ਦੇਣਾ। ਇਹ ਜਿਹੜੀ ਸਾਡੇ ਅਜੋਕਾ ਪੰਥ ਜਿਹੜਾ ਆਪਣੇ ਆਪ ਨੂੰ ਡਿਕਲੇਅਰ ਕਰ ਰੱਖਿਆ ਹੈ, ਅਖੌਤੀ ਪੰਥ ਮੈਂ ਇਹਨੂੰ ਕਹਾਂਗਾ। ਔਰ ਅੱਗੇ ਵੀ ਜਿਹੜੇ ਹੈਗੇ ਅੱਜ ਤੁਹਾਡੇ ਚੈਨਲ ਜਰੀਏ ਵੀ ਕਹਿੰਦੇ ਆ ਕਿ ਜਿਹੜੇ ਉਹ 4 ਅਫਸਰ ਨੇ ਉਹ ਬਖਸ਼ੇ ਨਹੀਂ ਜਾਣਗੇ, ਉਹਨਾਂ ਨੂੰ ਸੂਲੀ ਦੇ ਉੱਤੇ ਟੰਗਾਂਗੇ। ਅਖੌਤੀ ਪੰਥ ਨੇ ਨਾ ਖੇਡਣਾ ਤੇ ਨਾ ਖੇਡਣ ਦੇਣਾ। ਅੱਜ ਮੈਂ ਉਹਨੂੰ ਚੈਲੰਜ ਕਰਨਾ ਚਾਹੁੰਦਾ ਗੁਰਬਚਨ ਸਿੰਘ ਨੂੰ, ਅਕਾਲ ਤਖਤ ਦੇ ਜਥੇਦਾਰ ਨੂੰ। ਜੇ ਤੁਸੀਂ ਦੇਖੋ ਕਿ ਸ਼੍ਰੋਮਣੀ ਕਮੇਟੀ ਐਡੀ ਵੱਡੀ ਸੰਸਥਾ ਹੈ ਔਰ ਉਹ ਇਹਨਾਂ ਖੜੀਆਂ ਬਿਲਡਿੰਗਾਂ ਦਾ ਹੀ ਨਹੀਂ ਪਤਾ ਲਾ ਪਾਈ 26 ਸਾਲ, ਤੇ ਕੀ ਐਡੇ ਵੱਡੇ ਬਜਟ ਤੋਂ ਲੈਣਾ। ਖੱਟਰ ਜੋ ਕਿ ਚੀਫ ਮਿਨਿਸਟਰ ਹੋਏ ਹਰਿਆਣੇ ਦਾ, ਔਰ ਜਦ ਮੈਂ ਉਸ ਦੇ ਨਾਲ ਗੱਲ ਕੀਤੀ ਤਾਂ ਮੈਨੂੰ ਸਭ ਤੋਂ ਪਹਿਲੇ ਕਹਿੰਦਾ 15-15 ਲੱਖ ਰੁਪਏ ਦੇ ਦਿੱਤੇ ਉਹਨਾਂ ਨੂੰ, 20-20 ਲੱਖ ਰੁਪਇਆ। ਔਰ ਮੈਂ ਹੈਰਾਨ ਹਾਂ, ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਵੀ ਝੂਠ ਬੋਲ ਜਾਂਦੇ ਨੇ। ਪੁਲਿਸ ਨੇ ਵੀ ਮੈਨੂੰ ਥਾਣੇ ਦੇ ਵਿੱਚ ਪਿਛਲੇ ਦਿਨੀ ਗਲ ਦੇ ਵਿੱਚ ਰੱਸਾ ਪਾ ਕੇ ਮਾਰਨ ਦੀ ਕੋਸ਼ਿਸ਼ ਕੀਤੀ। ਕਿਤੇ ਨਾ ਕਿਤੇ ਆਪਦੀ ਜਾਨ ਹਥੇਲੀ ਤੇ ਧਰ ਕੇ ਲੜ ਰਹੇ ਆ। ਔਰ ਜਦੋਂ ਆਪਣਿਆਂ ਤੋਂ ਇਦਾਂ ਦੀਆਂ ਗੱਲਾਂ ਕਹਿੰਦੇ ਨਾ, ਸੱਜਣਾ ਨੇ ਫੁੱਲ ਮਾਰਿਆ, ਮੇਰੀ ਰੂਹ ਅੰਬਰਾਂ ਤੱਕ ਰੋਈ। ਅੱਜ ਜਿਹੜੀ ਹੈਗੀ ਆ ਉਹ ਕਿਤੇ ਨਾ ਕਿਤੇ ਮਨ ਦੇ ਵਿੱਚ ਉਹ ਉਦਾਸੀ ਤੇ ਉਹ ਘਟਨਾ ਯਾਦ ਆਉਂਦੀ ਆ। ਔਰ ਇਹ BJP ਵਾਲੇ ਕਾਂਗਰਸ ਦੇ ਉੱਤੇ ਐਲੀਗੇਸ਼ਨ ਲਾਉਂਦੇ ਨੇ। ਮੈਂ ਕਾਂਗਰਸ ਦੇ ਫੇਵਰ ਦੀ ਨਹੀਂ ਗੱਲ ਕਰ ਰਿਹਾ, ਉਹਨਾਂ ਕਰਕੇ ਤੇ ਇਹ ਸਾਰਾ ਕੁਝ ਹੋਇਆ ਹੈ, ਪਰ BJP ਵੀ ਉਹਨਾਂ ਤੋਂ ਘੱਟ ਨਹੀਂ ਹੈਗੀ, ਤਾਂ ਹੀ ਇਹ ਨਹੀਂ ਕਰ ਰਹੀ। ਤੁਸੀਂ ਝੂਠੇ ਹੀ ਸਹੀ, ਤੁਸੀਂ ਡਰਾਮੇਬਾਜ਼ ਹੀ ਸਹੀ, ਪਰ ਫਿਰ ਵੀ ਗੁਰੂ ਦੇ ਉਸ ਪਵਿੱਤਰ ਤਖਤ ਦੇ ਉੱਤੇ ਸੇਵਾਦਾਰ ਜੇ। ਇਸ ਜਗ੍ਹਾ ਦੇ ਉੱਤੇ ਉਹ ਖੂਹ ਸੀ ਜੀ, ਜਿਹੜਾ ਕਿ ਲਗਭਗ ਪੂਰ ਦਿੱਤਾ ਗਿਆ, ਜਿੱਥੇ ਅੱਧ ਜਲੀਆਂ ਲਾਸ਼ਾਂ ਜਿਹੜੀਆਂ ਪੁਲਿਸ ਵੱਲੋਂ ਸੁੱਟ ਕੇ ਇੱਥੇ ਜਿਹੜੀਆਂ ਦਫਨ ਕਰ ਦਿੱਤੀਆਂ ਗਈਆਂ ਸੀਗੀਆਂ।
ਹਾਂ, ਇਹ ਉਹ ਘਰ ਤੁਹਾਨੂੰ ਦਿਖਾ ਰਹੇ ਆ ਜੀ, ਜਿਨ੍ਹਾਂ ਦੀਆਂ ਛੱਤਾਂ ਤੇ ਚੜ੍ਹ ਕੇ ਤੇ ਛੱਤਾਂ ਦੇ ਉੱਤੋਂ ਅੰਦਰ ਜਲਣਸ਼ੀਲ ਪਦਾਰਥ ਸੁੱਟ ਕੇ ਤੇ ਘਰਾਂ ਨੂੰ ਅੱਗਾਂ ਲਾਈਆਂ ਗਈਆਂ। ਤੇ ਜਦੋਂ ਅੰਦਰ ਅੱਗ ਲੱਗਣ ਦੇ ਨਾਲ ਘਰ ਵਾਲੇ ਬਾਹਰ ਨਿਕਲ ਕੇ ਆਪਣੀਆਂ ਜਾਨਾਂ ਬਚਾਉਣ ਲਈ ਭੱਜਦੇ ਸੀ, ਤੇ ਬਾਹਰ ਜਿਹੜੇ ਖੜੇ ਗੁੰਡੇ ਸੀਗੇ ਉਹਨਾਂ ਨੂੰ ਲਾਠੀਆਂ ਕਿਰਪਾਨਾਂ ਦੇ ਨਾਲ ਉਹਨਾਂ ਨੂੰ ਕਤਲ ਕਰੀ ਜਾ ਰਹੇ ਸੀਗੇ। ਜਦੋਂ ਉੱਪਰੋਂ ਜਲਣਸ਼ੀਲ ਪਦਾਰਥ ਛਿੜਦੇ ਆ, ਹਵੇਲੀ ਨੂੰ ਅੱਗ ਲੱਗ ਜਾਂਦੀ ਆ ਜੀ, ਤੇ ਜਿਹੜੇ ਹੈਗੇ ਆ ਲੋਕ ਬਾਹਰ ਨੂੰ ਭੱਜਦੇ ਆ। ਇੱਥੇ ਇੱਕ 2 ਸਾਲ ਦਾ ਬੱਚਾ ਸਤਿੰਦਰ ਸਿੰਘ, ਹਾਂਜੀ, ਉਹ ਕਾਬੂ ਆ ਜਾਂਦਾ ਭੀੜ ਦੇ, ਤੇ ਲੱਤਾਂ ਦੇ ਨਾਲ ਫੜ ਕੇ ਇਸ ਜਗ੍ਹਾ ਦੇ ਉੱਤੇ ਪਟਕਾ ਕੇ ਉਹਨੂੰ ਸ਼ਹੀਦ ਕਰਦੇ ਆ। ਇਹ ਜਿਹੜੀ ਤੁਸੀਂ ਜਗ੍ਹਾ ਵੇਖ ਰਹੇ ਹੋ, ਇਹ ਵੀ ਇਸ ਪਿੰਡ ਦਾ ਹੀ ਇੱਥੇ ਘਰ ਸੀਗੇ। ਔਰ ਇਹ ਜਿਹੜੀ ਜਗ੍ਹਾ ਵਾ, ਇਹ ਬਿਲਕੁਲ ਛੋਟਾ ਜਿਹਾ ਇੱਕ ਕੁਛ ਇੱਟਾਂ ਹੀ ਪਹਿਲਾਂ ਪਈਆਂ ਹੁੰਦੀਆਂ ਸੀ। ਹੌਲੀ ਹੌਲੀ ਇਹ ਜਗ੍ਹਾ ਜਿਹੜੀ ਆ ਇਲਾਕੇ ਦੇ ਲੋਕਾਂ ਨੇ ਇੱਥੇ ਇੱਕ ਫਕੀਰ ਦੀ ਜਗ੍ਹਾ ਬਣਾ ਦਿੱਤੀ ਆ। ਜੋ ਕੁਝ ਲੁੱਟਿਆ ਜਾ ਰਿਹਾ ਸੀ ਲੁੱਟਣ ਦਿੱਤਾ, ਖੁੱਲੀ ਖੇਡ ਇੱਥੇ ਜਿਹੜੀ ਸੀਗੀ ਉਹਨਾਂ ਨੇ ਮਚਾਈ। ਔਰ ਤੁਸੀਂ ਦੇਖੋ ਕਿ ਉਸ ਤੋਂ ਬਾਅਦ 6 ਮਹੀਨੇ ਦੇ ਵਿੱਚ ਪੁਲਿਸ ਐਡੇ ਵੱਡੇ ਕਤਲੇਆਮ ਨੂੰ ਨੋਟ ਟ੍ਰੇਸੇਬਲ ਕਹਿ ਕੇ ਇਹਨੂੰ ਕਲੋਜ਼ ਕਰ ਦਿੱਤੀ ਜਾਂਦਾ, ਬੰਦ ਕਰ ਦਿੱਤਾ ਜਾਂਦਾ ਚੈਪਟਰ। ਔਰ ਉਦੋਂ ਭੱਜਣ ਲਾਲ ਦੀ ਸਰਕਾਰ ਸੀ ਇੱਥੇ ਹਰਿਆਣੇ ਦੇ ਵਿੱਚ। ਭੱਜਣ ਲਾਲ ਕੀ ਕਰਦਾ, ਉਹ ਅਫਸਰਾਂ ਨੂੰ SP ਸਤਿੰਦਰ ਕੁਮਾਰ ਜਿਹੜਾ ਸੀਗਾ ਉਹਨੂੰ DGP ਲਾ ਦਿੱਤਾ ਜਾਂਦਾ, ਉਹਨੂੰ ਇਨਾਮ ਦਿੱਤਾ ਜਾਂਦਾ। ਔਰ ਤੁਸੀਂ ਦੇਖੋ ਕਿ ਜਿਹੜਾ DSP ਰਾਮਪੱਜ ਸੀ ਉਹਨੂੰ ਵੀ ਇਨਾਮ ਦਿੱਤਾ ਜਾਂਦਾ, ਉਹਨੂੰ SSP ਬਣਾ ਦਿੱਤਾ ਜਾਂਦਾ। ਇਹ ਮੈਂ ਨਹੀਂ ਕਹਿ ਰਿਹਾ, ਇਹ ਰਿਪੋਰਟ ਕਹਿ ਰਹੀ ਆ, ਜਸਟਿਸ TP ਗਰਗ ਕਮਿਸ਼ਨ ਦੀ ਰਿਪੋਰਟ। ਸਾਰਾ ਕੁਝ ਤੱਥਾਂ ਦੇ ਆਧਾਰ ਤੇ ਆਏ ਗੱਲਾਂ, ਕੁਝ ਤੱਥਾਂ ਦੇ ਆਧਾਰ ਤੇ ਮੇਰੇ ਕੋਲ ਰਿਟਨ ਜਿਹੜੇ ਹੈਗੇ ਆ ਡਾਕੂਮੈਂਟ ਨੇ। ਮੈਂ ਜੋ ਵੀ ਗੱਲ ਕਰ ਰਿਹਾ, ਕੋਈ ਵੀ ਆਪਣੇ ਮੂੰਹੋਂ ਕੋਈ ਗੱਲ ਨਹੀਂ ਲਾ ਕੇ, ਸਾਰੀ ਰਿਟਨ ਡਾਕੂਮੈਂਟ ਨੇ ਔਰ ਕੋਰਟ ਦੇ ਅਥੈਂਟਿਕ ਡਾਕੂਮੈਂਟ ਨੇ ਜਿਨ੍ਹਾਂ ਦੀ ਗੱਲ ਕਰ ਰਿਹਾ। ਔਰ ਜਿਹੜਾ ਹੈਗਾ ਰਾਮ ਕੁਮਾਰ SI ਜਿਹੜਾ ਹੈਗਾ ਇੰਸਪੈਕਟਰ, ਉਹਨੂੰ ਵੀ SP ਬਣਾ ਦਿੱਤਾ ਜਾਂਦਾ। ਇਨਵੈਸਟੀਗੇਸ਼ਨ ਅਫਸਰ ਨੂੰ ਵੀ DSP ਬਣਾ ਦਿੱਤਾ ਜਾਂਦਾ। ਕਿਸਾਨ ਪਰਾਲੀ ਪੰਜਾਬ ਦਾ ਜਾਲੂਗਾ 1 ਕਰੋੜ ਜੁਰਮਾਨਾ ਤੇ 5 ਸਾਲ ਦੀ ਜੇਲ੍ਹ। ਸਿੱਖ ਨੂੰ ਡਾਲੇਗਾ ਤੁਹਾਨੂੰ DGP, ਸਿੱਖ ਨੂੰ ਡਾਲੇਗਾ SSP। ਇਹ ਸਾਡੇ ਦੇਸ਼ ਦੀ ਡੈਮੋਕ੍ਰੇਸੀ ਦਾ ਹਾਲ ਹੈ। ਔਰ ਤੁਸੀਂ ਦੇਖੋ ਕਿ ਇਹ ਐਡਾ ਲੰਬਾ ਸਮਾਂ ਕੇਸ ਚੱਲਿਆ ਹਿਸਾਰ ਦੇ ਵਿੱਚ, ਔਰ ਪੀੜਤਾਂ ਨੂੰ ਮੁਆਵਜ਼ਾ ਮਿਲ ਗਿਆ, ਪੈਸੇ ਸਾਨੂੰ ਮਿਲ ਗਏ। ਪੈਸੇ ਅੱਜ ਦੇ ਹਿਸਾਬ ਨਾਲ ਮਿਲੇ, ਉਦੋਂ ਦੇ ਹਿਸਾਬ ਨਾਲ ਨਹੀਂ ਵੀ 36 ਸਾਲਾਂ ਦਾ ਅਸੀਂ ਵਿਆਜ ਲਾ ਕੇ ਦਈਏ। ਮਿਲੇ ਆ, ਪਰ ਇੰਨਾ ਹਜੇ ਤੱਕ ਦਿੱਲੀ ਵਾਲੇ ਕੇਸਾਂ ਦੇ ਵਿੱਚ ਨਹੀਂ ਮਿਲੇ। ਪਰ ਜੋ ਹੋਣਾ ਚਾਹੀਦਾ ਸੀ ਉਹ ਨਹੀਂ ਹੋਇਆ। ਦੂਜੇ ਨੰਬਰ ਤੇ ਜਿਹੜੇ ਉਹ ਅਫਸਰ ਸੀ ਜਿਨ੍ਹਾਂ ਦੇ ਲਈ ਕਮਿਸ਼ਨ ਨੇ ਲਿਖਿਆ ਕਿ ਇਹਨਾਂ 'ਤੇ ਕਾਰਵਾਈ ਹੋਣੀ ਚਾਹੀਦੀ ਆ, ਸਰਕਾਰ ਹਰਿਆਣਾ ਦੀ ਖੱਟਰ ਸਰਕਾਰ ਜਿਹੜੀ BJP ਦੀ ਸਰਕਾਰ ਹੈ ਇਸ ਟਾਈਮ, ਉਹ ਹਰ ਵਾਰ ਹਰ ਤਰੀਕ ਦੇ ਉੱਤੇ ਇਹ ਕਹਿ ਕੇ ਨਵੀਂ ਤਰੀਕ ਲੈ ਜਾਂਦੀ ਆ। ਪਿਛਲੀ ਵਾਰ ਕਹਿੰਦੇ ਜੀ ਕੇਸ ਬਹੁਤ ਪੁਰਾਣਾ, 36 ਸਾਲ ਹੋ ਗਏ। ਜੱਜ ਸਾਹਿਬ ਕਹਿੰਦੇ ਜੇ 36 ਸਾਲ ਹੋ ਗਏ ਸਾਨੂੰ ਦੱਸਿਆ ਜਾਵੇ ਕਿ 36 ਸਾਲਾਂ 'ਚ ਤੁਸੀਂ ਕੀ ਕੀਤਾ। 36 ਸਾਲਾਂ ਦੇ ਵਿੱਚ ਕੀ ਤੁਹਾਡਾ ਐਕਸ਼ਨ ਸੀ, ਕੀ ਤੁਸੀਂ ਕੀਤਾ, ਕੀ ਉਹਨਾਂ ਲਈ ਕੀਤਾ, ਕੋਈ ਜਵਾਬ ਨਹੀਂ। ਔਰ ਅੱਗੇ ਵੀ ਜਿਹੜੇ ਹੈਗੇ ਅੱਜ ਤੁਹਾਡੇ ਚੈਨਲ ਜਰੀਏ ਵੀ ਕਹਿੰਦੇ ਆ ਕਿ ਜਿਹੜੇ ਉਹ 4 ਅਫਸਰ ਨੇ ਉਹ ਬਖਸ਼ੇ ਨਹੀਂ ਜਾਣਗੇ, ਉਹਨਾਂ ਨੂੰ ਸੂਲੀ ਦੇ ਉੱਤੇ ਟੰਗਾਂਗੇ। ਔਰ ਇੱਕ ਸਿੱਖ ਕੌਮ ਜਿਹੜੀ ਹੈਗੀ ਆ, ਮੈਨੂੰ ਪਤਾ ਕਿ ਅੱਜ ਸਾਰੀ ਸਾਡੇ ਨਾਲ ਖੜੀ ਆ। ਔਰ ਕਿਉਂਕਿ ਜਿੰਨਾ ਚਿਰ ਜਿਹੜੇ ਸਾਡਾ ਅੱਜ ਤੁਸੀਂ ਦੇਖੋ ਕਿ 36 ਸਾਲ ਹੋ ਗਏ, ਕਈ ਲੋਕ ਇਹ ਗੱਲ ਵੀ ਕਰਦੇ ਹੋਣੇ ਆ ਕਿ ਬਹੁਤ ਸਮਾਂ ਹੋ ਗਿਆ, ਹੁਣ ਤੁਸੀਂ ਕਿਉਂ ਬੋਲਦੇ ਹੋ, ਕੀ ਲੋੜ ਹੈ, ਛੱਡੋ ਪੜੇ ਇਹ ਗੱਲਾਂ ਨੂੰ, ਹੈ ਨਾ। ਕਈ ਲੋਕ ਜਿਹੜੇ ਹੈਗੇ ਸਾਡੇ ਇਸ ਵਿੱਚੋਂ ਸਾਡੇ ਹੀ ਕਰਦੇ ਆ। ਪਰ ਮੈਂ ਕਹਿਣਾ ਚਾਹਾਂਗਾ ਕਿ ਜਿਹੜੇ ਅਸੀਂ ਤਾਂ ਪੰਜਾਬ 'ਚ ਬੈਠੇ ਆ, ਕਿਤੇ ਨਾ ਕਿਤੇ ਅਸੀਂ ਸੇਫ ਹਾਂ। ਪਰ ਜਿਹੜੇ ਸਾਡੇ ਪੰਜਾਬ ਤੋਂ ਬਾਹਰ ਸਾਡੇ ਭਰਾ ਬੈਠੇ ਆ, ਸਾਡੇ ਪੰਜਾਬੀ ਭਰਾ ਬੈਠੇ ਆ, ਚਾਹੇ ਉਹ ਦਿੱਲੀ ਬੈਠੇ ਆ, ਹਰਿਆਣੇ ਬੈਠੇ ਆ, ਫਰੀਦਾਬਾਦ ਬੈਠੇ ਆ, ਕਿਤੇ ਵੀ ਬੈਠੇ ਆ, ਜਿੰਨਾ ਚਿਰ ਅਸੀਂ ਐਕਸ਼ਨ ਮੋਡ ਦੇ ਵਿੱਚ ਆ, ਉਹ ਡਿਫੈਂਸ ਮੋਡ ਦੇ ਵਿੱਚ ਨੇ। ਬਿਲਕੁਲ ਠੀਕ।
ਜਿੰਨਾ ਚਿਰ ਅਸੀਂ ਐਕਸ਼ਨ ਮੋਡ ਦੇ ਵਿੱਚ ਆ, ਉਹ ਡਿਫੈਂਸ ਮੋਡ ਦੇ ਵਿੱਚ ਨੇ। ਜਦੋਂ ਅਸੀਂ ਡਿਫੈਂਸ ਮੋਡ ਦੇ ਵਿੱਚ ਆ ਗਏ ਤੇ ਉਹ ਐਕਸ਼ਨ ਮੋਡ ਦੇ ਵਿੱਚ ਆ ਗਏ, ਘਰਾਂ ਦੇ ਵਿੱਚ ਜਿਉਂਦੇ ਫਿਰ ਜਾਲ ਦੇਣੇ ਉਹਨਾਂ ਨੇ। ਔਰ 84 ਦੇ ਵਿੱਚ ਭੈਣ ਸੁਰਜੀਤ ਕੌਰ ਤੁਹਾਡੇ ਨਾਲ ਗੱਲ ਕੀਤੀ ਆ, 12 ਜੀ ਜਿਹਨੇ ਗਵਾਏ ਆ, 12 ਜੀ ਗਵਾ ਕੇ ਤੁਸੀਂ ਦੇਖੋ ਕਿ ਹੋਰ ਜਗ੍ਹਾ ਜਾ ਕੇ ਸ਼ਿਫਟ ਹੋਏ ਆ। ਜਦੋਂ ਇਹ ਸਾਹਮਣੇ ਆਈ ਚੀਜ਼, ਨੌਕਰੀ ਦੇ ਵਿੱਚੋਂ ਜਵਾਬ ਮਿਲਿਆ। ਮੈਂ ਜਦੋਂ ਇੱਥੋਂ ਆਪਣੇ ਬੱਚੇ ਮੇਰੇ ਪੜ੍ਹਦੇ ਸੀ ਕਨਵੈਂਟ ਸਕੂਲਾਂ ਦੇ ਵਿੱਚ, ਯੂਰੋ ਇੰਟਰਨੈਸ਼ਨਲ ਸਕੂਲ ਦੇ ਵਿੱਚ ਮੇਰੇ ਬੇਟੇ ਪੜ੍ਹਦੇ ਸੀ, ਬੇਟੀ ਪੜ੍ਹਦੀ ਸੀ, ਤੇ ਜਦੋਂ ਮੈਂ ਇੱਥੋਂ ਪੱਟ ਕੇ ਉਹਨਾਂ ਨੂੰ ਲੁਧਿਆਣੇ ਗਿਆ, ਕਿਤੇ ਨਾ ਕਿਤੇ ਉਹ ਦਰਦ ਮਹਿਸੂਸ ਹੋਇਆ। ਅੱਛਾ, ਇੱਕ ਗੱਲ ਗਿਆਸਪੁਰਾ ਸਾਹਿਬ, ਤੁਸੀਂ 2011 ਦੇ ਵਿੱਚ ਇਸ ਮਾਮਲੇ ਨੂੰ ਆਪਣੇ ਹੱਥਾਂ 'ਚ ਲਿਆ, ਮੁੜ ਕੇ ਤੁਸੀਂ ਕੋਰਟ ਦੇ ਵਿੱਚ ਗਏ, ਤੇ ਕਿੰਨੇ ਚਿਰ ਦੇ ਵਿੱਚ ਤੁਸੀਂ ਪਰਿਵਾਰਾਂ ਨੂੰ ਮੁਆਵਜ਼ਾ ਦਿਵਾਉਣ 'ਚ ਸਫਲ ਹੋ ਗਏ? ਇਹਦੇ ਵਿੱਚ ਅਸੀਂ 2016 ਦੇ ਵਿੱਚ ਸਾਰਿਆਂ ਨੂੰ ਜਿਹੜੀ ਹੈਗੀ ਆ ਪੈਸਾ ਮਿਲ ਗਿਆ ਸੀ, ਤਕਰੀਬਨ 5 ਸਾਲ ਦੇ ਵਿੱਚ। ਇਹ ਮਤਲਬ ਪਰ ਡੈਥ ਦੇ ਹਿਸਾਬ ਨਾਲ, ਪਰ ਪਰਸਨ ਦੇ ਹਿਸਾਬ ਨਾਲ ਮਿਲਿਆ ਪੈਸਾ? ਪਰ ਡੈਥ ਦੇ ਹਿਸਾਬ ਨਾਲ ਜਿਹੜਾ ਹੈਗਾ ਸੀ ਪਰ ਡੈਥ 20 ਲੱਖ ਰੁਪਈਆ ਜਿਹੜਾ ਹੈਗਾ ਸੀ ਉਹ ਮਿਲਿਆ, ਔਰ ਇਹਦੇ ਨਾਲ 5 ਲੱਖ ਰੁਪਈਆ ਜਿਹੜਾ ਹੈਗਾ ਪਰ ਉਹਨਾਂ ਦੀ ਪ੍ਰਾਪਰਟੀ ਲਾਸ ਦਾ ਉਹਨਾਂ ਨੂੰ ਮਿਲਿਆ। ਜਿਨ੍ਹਾਂ ਦਾ ਲਾਸ ਵੀ ਨਹੀਂ ਹੋਇਆ ਉਹਨਾਂ ਨੂੰ ਵੀ ਮਿਲਿਆ। ਔਰ ਜਿਹੜਾ ਟੋਟਲ ਸੀ 22 ਕਰੋੜ, ਮਤਲਬ 5 ਸਾਲ ਦੇ ਵਿੱਚ 5 ਸਾਲ ਦੇ ਵਿੱਚ ਤੁਸੀਂ 22 ਕਰੋੜ 70 ਲੱਖ ਰੁਪਏ, 60 ਲੱਖ ਰੁਪਈਆ 22 ਕਰੋੜ 60 ਲੱਖ ਰੁਪਈਆ ਇਹਨਾਂ ਪੀੜਤ ਪਰਿਵਾਰਾਂ ਨੂੰ, ਹੋਂਦ, ਚਿੱਲੜ ਤੇ ਗੁੜਗਾਉਂ, ਇਹ ਟੋਟਲ ਕਿੰਨੇ ਪਰਿਵਾਰ ਸੀ ਪੀੜਤ? ਇਹ ਟੋਟਲ ਜਿਹੜੀ ਹੈਗੀਆਂ ਸੀ 79 ਜਿਹੜੀ ਹੈਗੀਆਂ ਕਿਲਿੰਗ ਸੀ, 79 ਕਿਲਿੰਗ ਸੀਗੀਆਂ। ਔਰ ਜਿਹੜੀਆਂ ਫੈਮਲੀਆਂ ਸੀ ਤਕਰੀਬਨ 400 ਫੈਮਲੀ ਬਣਦੀ ਆ, ਕਿਉਂਕਿ ਗੁੜਗਾਉਂ ਦੇ ਵਿੱਚ 300 ਫੈਮਲੀ ਸੀ, ਔਰ ਸਾਡੇ ਇੱਥੇ 17-18 ਫੈਮਲੀਆਂ ਸੀ ਸਾਡੇ ਇਸ ਹੋਂਦ ਪਿੰਡ ਦੇ ਵਿੱਚ। ਔਰ 10-12 ਫੈਮਲੀਆਂ ਪਟੌਦੀ ਦੇ ਵਿੱਚ ਸੀ। ਉੱਥੇ ਪਟੌਦੀ ਦੇ ਵਿੱਚ ਫੈਮਲੀਆਂ ਘੱਟ ਸੀ, ਪਰ ਕਤਲ ਤੁਸੀਂ ਦੇਖੋ ਕਿ 19 ਕੁ ਫੈਮਲੀਆਂ ਦੇ ਵਿੱਚ 17 ਬੰਦੇ ਜਿਹੜੇ ਹੈਗੇ ਆ ਮਾਰੇ ਗਏ ਆ। ਤੁਸੀਂ ਦੇਖੋ ਕਿ ਸਭ ਤੋਂ ਪਹਿਲਾਂ ਜਿਹੜੀ ਭੀੜ ਆ ਉਹ SSP ਦਫ਼ਤਰ ਦੇ ਮੂਹਰੇ 5 ਜਿਹੜੇ ਹੈਗੇ ਆ ਪੁਲਿਸ ਵਾਲੇ ਪਹਿਰਾ ਦੇ ਰਹੇ ਆ ਪੈਟਰੋਲ ਪੰਪ ਤੇ। ਉਸ ਪੈਟਰੋਲ ਪੰਪ ਨੂੰ ਲੁੱਟ ਕੇ ਉਹਦੇ ਵਿੱਚੋਂ ਜਿਹੜੇ ਕਾਤਲ ਨੇ ਕੈਨੀਆਂ ਭਰਾ ਕੇ ਡਿਸਟ੍ਰੀਬਿਊਟ ਕਰਦੇ। SSP ਦਫ਼ਤਰ ਦੇ ਸਾਹਮਣੇ ਗੁੜਗਾਉਂ ਦੀ ਗੱਲ ਕਰ ਰਹੇ ਆ। ਔਰ ਗੁਰਦੁਆਰਾ ਜਿੱਥੇ ਰਾਤ ਆਪਾਂ ਰੁਕੇ ਸੀ, ਗੁਰਦੁਆਰਾ ਸਬਜ਼ੀ ਮੰਡੀ, ਉਸ ਗੁਰਦੁਆਰੇ ਦੇ ਵਿੱਚ 12 ਪੁਲਿਸ ਵਾਲੇ ਉੱਥੇ ਮੌਜੂਦ ਸੀ। ਗੁਰਦੁਆਰੇ ਨੂੰ ਜਾਲ ਦਿੱਤਾ ਜਾਂਦਾ, ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕੀਤੀ ਜਾਂਦੀ ਆ, ਔਰ ਗ੍ਰੰਥੀ ਸਿੰਘ ਨੂੰ ਮਾਰ ਦਿੱਤਾ ਜਾਂਦਾ। ਜਾਣੀ ਜਿੱਥੇ ਵੀ ਪੁਲਿਸ ਸੀ ਉੱਥੇ ਕਤਲੇਆਮ ਹੋਇਆ, ਜਿੱਥੇ ਪੁਲਿਸ ਨਹੀਂ ਸੀ ਉੱਥੇ ਕੋਈ ਕਤਲੇਆਮ ਨਹੀਂ ਹੋਇਆ। ਇਹ ਡਾਕੂਮੈਂਟਰੀ ਪ੍ਰੂਫ ਨੇ, ਗੱਲ ਹਵਾ 'ਚ ਨਹੀਂ ਹੈ। ਗੱਲ ਇਹਨਾਂ ਦੀ ਸ਼ਹਿ ਦੇ ਉੱਤੇ ਉਹਨਾਂ ਨੂੰ ਉਕਸਾਇਆ ਗਿਆ, ਫਿਰ ਹੀ ਇਹ ਸਾਰਾ ਕੁਝ ਹੋਇਆ। ਜੇ ਤੁਸੀਂ ਦੇਖੋ ਕਿ ਸ਼੍ਰੋਮਣੀ ਕਮੇਟੀ ਐਡੀ ਵੱਡੀ ਸੰਸਥਾ ਹੈ, ਔਰ ਉਹ ਇਹਨਾਂ ਖੜੀਆਂ ਬਿਲਡਿੰਗਾਂ ਦਾ ਹੀ ਨਹੀਂ ਪਤਾ ਲਾ ਪਾਈ 26 ਸਾਲ, ਤੇ ਕੀ ਐਡੇ ਵੱਡੇ ਬਜਟ ਤੋਂ ਲੈਣਾ। ਸ਼੍ਰੋਮਣੀ ਕਮੇਟੀ, ਦਿੱਲੀ ਕਮੇਟੀ, ਹੋਰ ਕਈ ਸੰਸਥਾਵਾਂ ਨੂੰ ਅਸੀਂ ਕਈ ਵਾਰ ਰਿਕੁਐਸਟ ਕਰਕੇ ਥੱਕ ਚੁੱਕੇ ਹਾਂ ਵੀ ਅਸੀਂ ਘੱਟੋ ਘੱਟ ਇੱਕ ਡਾਟਾ ਤਾਂ ਇਕੱਠਾ ਕਰ ਲਈਏ ਕਿ ਪੂਰੇ ਦੇਸ਼ ਦੇ ਵਿੱਚ 84 'ਚ ਹੋਇਆ ਕੀ ਸੀ। ਸਿਰਫ ਅਸੀਂ ਮੋਮਬੱਤੀਆਂ ਫੜ ਕੇ ਰਾਤ ਨੂੰ ਗੇੜਾ ਕੱਢਣ ਤੱਕ ਇੱਕ ਰਸਮ ਬਣਾ ਲਈ ਕਿ ਅਸੀਂ ਇਕੱਲੇ ਸਿਰਫ ਉਹਦੇ ਤੱਕ ਹੀ ਸੀਮਤ ਆ। ਇੱਕ ਤੇ ਅੱਜ ਤੁਹਾਨੂੰ ਗਿਆਸਪੁਰਾ ਸਾਹਿਬ ਅਸੀਂ ਭਰੋਸਾ ਦਿਵਾਉਂਦੇ ਹਾਂ, ਸਾਡੀ ਗੁਰੂ ਨਾਨਕ ਲੰਗਰ ਸੇਵਾ ਸੁਸਾਇਟੀ ਇੰਟਰਨੈਸ਼ਨਲ ਇਹ ਤੁਹਾਡੇ ਨਾਲ ਆ। ਅਗਰ ਤੁਸੀਂ 1984 ਦੀ ਨਸਲਕੁਸ਼ੀ ਦੇ ਨਾਲ ਪ੍ਰਭਾਵਿਤ ਪਰਿਵਾਰਾਂ ਨੂੰ ਇਨਸਾਫ ਦਿਵਾਉਂਦੇ ਹੋ, ਸਾਡੀ ਸੰਸਥਾ ਤੁਹਾਨੂੰ ਜਿਹੜਾ ਪੂਰਾ ਫਾਈਨੈਂਸ਼ਲੀ ਜਿੰਨਾ ਕਿ ਸੰਗਤ ਦੇ ਸਹਿਯੋਗ ਨਾਲ ਕਰ ਸਕਦੀ ਹੈ ਜ਼ਰੂਰ ਕਰੇਗੀ। ਸਾਡਾ PTN 24 ਚੈਨਲ ਤੁਹਾਡੇ ਨਾਲ ਆ। ਸਾਡੇ ਭਾਈ ਮਨਜੀਤ ਸਿੰਘ ਜੀ ਭਿੰਡਰ ਸਾਹਿਬ ਜਿਹੜੇ ਸਾਡੀ ਸੰਸਥਾ ਦੇ ਮੁੱਖ ਸੇਵਾਦਾਰ ਆ, ਪੂਰੀ ਟੀਮ, ਕਿਉਂਕਿ ਮੈਨੂੰ ਸਪੈਸ਼ਲੀ ਉਹਨਾਂ ਨੇ ਕਹਿ ਕੇ ਭੇਜਿਆ ਕਿ ਅੱਜ ਇਸ ਹੋਂਦ ਪਿੰਡ ਦੀ ਸਾਰੀ ਕਵਰੇਜ ਕਰਨੀ ਆ, ਔਰ ਇਹਨੂੰ ਸਾਰੇ ਨੂੰ ਅਸੀਂ ਕਵਰ ਕਰਕੇ ਤੁਸੀਂ ਨਿਸ਼ਾਨਦੇਹੀ ਲੈ ਲੈਣੀ ਆ, ਔਰ ਇਹਦੇ 'ਤੇ ਦੁਆਲੇ ਚਾਰਦੀਵਾਰੀ ਕਰਕੇ ਜਾਂ ਅਸੀਂ ਤਾਰ ਲਾ ਕੇ ਇਹ ਜਿਹੜੇ ਬਚੇ ਖੁਸ਼ੇ ਅਵਸ਼ੇਸ਼ ਨੇ ਇਹ ਇੱਕ ਲਾਹਨਤ ਦੇ ਰੂਪ ਦੇ ਵਿੱਚ ਭਾਰਤ ਸਰਕਾਰ ਦੇ ਲੋਕਤੰਤਰ ਦੇ ਉੱਤੇ ਇੱਕ ਲਾਹਨਤ ਦੇ ਰੂਪ ਦੇ ਵਿੱਚ ਸਾਂਭ ਕੇ ਰੱਖਣਾ ਵੀ ਉਹ ਕੌਮ ਜਿਨ੍ਹਾਂ ਇਸ ਦੇਸ਼ ਦੀ ਆਜ਼ਾਦੀ ਲਈ 90% ਕੁਰਬਾਨੀਆਂ ਕੀਤੀਆਂ, ਉਸ ਕੌਮ ਦੇ ਬਾਸ਼ਿੰਦਿਆਂ ਨੂੰ ਇਹਨਾਂ ਨੇ ਕਿਸ ਤਰ੍ਹਾਂ ਜਿਉਂਦਿਆਂ ਸਾੜਿਆ, ਤੇ ਆਹ ਉਹਦੇ ਸਬੂਤ ਨੇ। ਇੱਕ ਲਾਹਨਤ ਦੇ ਰੂਪ 'ਚ ਸਾਂਭਣ ਲਈ ਗੁਰੂ ਨਾਨਕ ਲੰਗਰ ਸੇਵਾ ਸੁਸਾਇਟੀ ਤੁਹਾਡੇ ਨਾਲ ਆ। ਔਰ ਦੂਸਰੀ ਗੱਲ, ਇਹ ਗੱਲ ਕਥਿਤ ਤੌਰ 'ਤੇ ਸਾਨੂੰ ਕਹਿਣ ਸੁਣਨ ਨੂੰ ਮਿਲਦੀ ਆ ਕਿ ਗਿਆਸਪੁਰਾ ਸਾਹਿਬ ਨੇ ਇੰਨੇ ਪਰਿਵਾਰਾਂ ਨੂੰ 22 ਕਰੋੜ 60 ਲੱਖ ਰੁਪਈਆ ਮੁਆਵਜ਼ਾ ਦਵਾਇਆ। ਇਹਨਾਂ ਨੇ ਬੜੀ ਵੱਡੀ ਲੜਾਈ ਲੜੀ ਆ, ਇਹਨਾਂ ਨੂੰ ਵਿਦੇਸ਼ਾਂ 'ਚੋਂ ਬਹੁਤ ਪੈਸਾ ਆ ਗਿਆ ਹੋਣਾ। ਅੱਜ ਸਾਰੀ ਦੁਨੀਆ ਸੁਣ ਰਹੀ ਆ,
ਪੂਰੀ ਦੁਨੀਆ ਦੇ ਸਾਡਾ ਟੀਵੀ ਚੈਨਲ ਸਤਿਗੁਰੂ ਜੀ ਦੀ ਕਿਰਪਾ ਦੇ ਨਾਲ ਜਿੱਥੇ ਵੀ ਕਿਤੇ ਪੰਜਾਬੀ ਪੜ੍ਹਦਾ ਸੁਣਦਾ ਸਮਝਦਾ ਉੱਥੇ ਵੇਖਿਆ ਜਾਂਦਾ। ਅੱਜ ਕਲੀਅਰ ਕਰੋ ਵੀ ਕਿੰਨੇ ਪੈਸੇ ਆਏ ਨੇ, ਤੇ ਜਾਂ ਸੰਗਤ ਕਲੀਅਰ ਕਰੇ ਸਾਡੇ ਸਕਰੀਨ ਤੇ ਦਿੱਤੇ ਸਾਡੇ ਨੰਬਰਾਂ ਦੇ ਉੱਤੇ ਵੀ ਕਿੰਨੇ ਗਿਆਸਪੁਰਾ ਸਾਹਿਬ ਨੂੰ ਕਿੰਨੇ ਪੈਸੇ ਭੇਜੇ ਆ, ਤਾਂ ਕਿ ਹੁਣ ਇਹਨਾਂ ਲਈ ਤੇ ਮਸਲਾ ਇਹ ਬਣਿਆ ਪਿਆ ਵੀ ਇੱਥੇ ਆਉਣ ਲਈ ਵੀ ਗੱਡੀ 'ਚ ਤੇਲ ਪਾਉਣਾ ਇਹਨਾਂ ਲਈ ਮਸਲਾ ਬਣਿਆ। 1 ਲੱਖ ਪਰ ਮੰਥ ਦੀ 2011 'ਚ ਨੌਕਰੀ ਛੱਡੀ। ਸ਼੍ਰੋਮਣੀ ਕਮੇਟੀ ਮੱਕੜ ਸਾਹਿਬ ਨੇ ਉਦੋਂ ਵਾਅਦਾ ਕੀਤਾ ਕਿ ਅਸੀਂ ਤੁਹਾਨੂੰ ਲੱਖ ਦੀ ਵੀ ਬਜਾਏ 1.25 ਲੱਖ ਦੀ ਨੌਕਰੀ ਦਿਆਂਗੇ, ਮੁੜ ਕੇ 5000 ਦੀ ਆਫਰ ਕੀਤੀ ਪਰ ਮੰਥ। ਹੁਣ ਤੁਸੀਂ ਦੱਸੋ ਵੀ ਸਾਡੀਆਂ ਉਹ ਸੰਸਥਾਵਾਂ ਜਿਨ੍ਹਾਂ ਦਾ ਫਰਜ਼ ਬਣਦਾ ਸੀ ਇੱਕ ਵਾਰਸ ਦੇ ਰੂਪ ਦੇ ਵਿੱਚ ਇਹਨਾਂ ਚੀਜ਼ਾਂ ਨੂੰ ਸਾਂਭਣ ਦਾ, ਕਿਹੜੀ ਕਮੀ ਆ? ਉੱਥੇ ਵੀ ਸੰਗਤ ਦਾ ਹੀ ਪੈਸਾ, ਇੱਥੇ ਵੀ ਸੰਗਤ ਹੀ ਸੀਗੀ ਜਿਨ੍ਹਾਂ ਦਾ ਨੁਕਸਾਨ ਹੋਇਆ। ਪਰ ਕਿਤੇ ਨਾ ਕਿਤੇ ਬਹੁਤ ਵੱਡੀ ਕੁਤਾਹੀ ਕੀਤੀ ਹੈ ਹਮੇਸ਼ਾ ਤੋਂ ਹੀ ਗੁਰਦੁਆਰਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਿੰਨੇ ਵੀ ਸਾਡੇ ਹੋਏ ਨੇ ਆਗੂ, ਜਾਂ ਕਹਿ ਲਓ ਭਈ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੇ ਪਰਿਵਾਰ ਦਾ ਜਾਂ ਗਲਬਾ ਉਹਨਾਂ ਦੇ ਉੱਤੇ ਵੀ ਉਹਨਾਂ ਨੇ ਜ਼ਿੰਮੇਵਾਰੀ ਨਹੀਂ ਨਿਭਾਈ। ਚਾਹੇ ਉਹ 84 ਦੇ ਉਹ ਸ਼ਹੀਦ ਨੌਜਵਾਨ ਯੋਧੇ ਸਨ ਜਿਹੜੇ ਲੜ ਕੇ ਸ਼ਹੀਦ ਹੋਏ ਨੇ, ਚਾਹੇ ਉਹ 1984 ਦੇ ਨਸਲਕੁਸ਼ੀ ਵਾਲੇ ਸੀਗੇ। ਗੱਲ ਮੈਂ ਉੱਥੇ ਹੀ ਲੈ ਕੇ ਆਉਣਾ ਜੀ ਵੀ ਪੈਸਾ ਦੱਸੋ ਜਿਹੜਾ ਲੋਕ ਕਹਿੰਦੇ ਨੇ ਕਿ ਗਿਆਸਪੁਰਾ ਸਾਹਿਬ ਨੂੰ ਵਿਦੇਸ਼ਾਂ 'ਚੋਂ ਪੈਸਾ ਆਇਆ, ਅੱਜ ਉਹ ਵੀ ਸੰਗਤ ਨੂੰ ਪਤਾ ਲੱਗ ਜੇ। ਮੈਂ ਸੰਗਤ ਨੂੰ ਜਿਹੜੀ ਗੱਲ ਇਹ ਕਰਦੇ ਆ, ਮੈਂ ਕਈ ਵਾਰ ਸੰਗਤ ਦੇ ਨਾਲ ਗੱਲ ਕਰਦਾ ਹੁੰਨਾ ਕਿ ਕੋਈ ਇੱਕ ਬੰਦਾ ਦੱਸੇ ਕਿ ਜਿਹਨੇ ਕੋਈ ਹੱਥ ਖੜਾ ਕਰਕੇ ਕਿ ਗਿਆਸਪੁਰੇ ਦੀ ਸਪੋਰਟ ਦੇ ਲਈ ਅਸੀਂ ਆਹ 10 ਲੱਖ ਰੁਪਈਆ ਭੇਜਿਆ ਜਾਂ 5 ਲੱਖ ਰੁਪਈਆ ਭੇਜਿਆ ਜਾਂ 1 ਲੱਖ ਰੁਪਈਆ ਭੇਜਿਆ, ਕੋਈ ਇੱਕ ਬੰਦਾ ਵੀ ਇਸ ਕੰਮ ਲਈ ਮੈਂ ਕਹਿੰਦਾ ਹੱਥ ਖੜਾ ਕਰਕੇ ਦੱਸੇ। ਹਾਂ, ਇੱਕ ਗੱਲ ਜ਼ਰੂਰ ਮੈਂ ਕਹਾਂਗਾ ਕਿ ਇਸ ਸਾਡੇ ਕੇਸ ਜਦੋਂ ਚੱਲਦਾ ਸੀ, ਚੱਲਦੇ ਕੇਸ ਦੌਰਾਨ 1.5 ਲੱਖ ਰੁਪਈਆ ਮੈਨੂੰ ਵਕੀਲ ਨੂੰ ਪੂਰਨ ਸਿੰਘ ਹੁੰਦਲ ਨੂੰ ਡਾਇਰੈਕਟ ਟਰਾਂਸਫਰ ਕਰਾਇਆ ਜਸਪਾਲ ਸਿੰਘ ਮੰਝਪੁਰ ਵੱਲੋਂ, ਔਰ 10,000 ਰੁਪਈਆ ਅਸੀਂ ਸਰਦਾਰ ਜਰਨੈਲ ਸਿੰਘ ਤੋਂ ਲਿਆ। ਤੇ ਇਸ ਤੋਂ ਇਲਾਵਾ ਜਿਹੜਾ ਹੈਗਾ ਮੈਂ ਸੰਗਤ ਨੂੰ ਕਹਿਣਾ ਕਿ ਓਪਨ ਕੀਤਾ ਜਾਵੇ ਕਿ ਜਿਹੜਾ ਹੈਗਾ ਜਿਹੜਾ ਜੋ ਮਾਇਆ ਭੇਜੀ ਗਈ ਆ, ਨਹੀਂ ਜਿਹੜੇ ਹੈਗੇ ਆ ਐਵੇਂ ਮੇਰੇ ਹਿਸਾਬ ਨਾਲ ਜਿਹੜੀਆਂ ਗੱਲਾਂ ਕਰਨੀਆਂ ਤੱਥਾਂ ਤੋਂ ਆਧਾਰਿਤ ਬਿਨਾਂ ਨਿਗੁਣੀਆਂ, ਉਹ ਵੀ ਬੰਦ ਕੀਤੀਆਂ ਜਾਣ। ਕਿਤੇ ਨਾ ਕਿਤੇ ਉਹ ਵੀ ਮਨ ਨੂੰ ਜਿਹੜਾ ਹੈਗਾ ਦੁਖੀ ਕਰਦੀਆਂ ਨੇ, ਕਿਉਂਕਿ ਇੱਕ ਤਾਂ ਅਸੀਂ ਆਪਣਾ ਸਾਰਾ ਕੁਝ ਹੀ ਗਵਾ ਕੇ ਆਪਣਾ ਸਾਰਾ ਕੁਝ ਹੀ ਦਾਅ 'ਤੇ ਲਾ ਕੇ ਇਸ ਪਾਸੇ ਚੱਲੇ ਆ। ਜਾਨ ਦਾ ਵੀ ਅੱਜ ਤੁਸੀਂ ਦੇਖੋ ਕਿ ਪੁਲਿਸ ਨੇ ਵੀ ਮੈਨੂੰ ਥਾਣੇ ਦੇ ਵਿੱਚ ਪਿਛਲੇ ਦਿਨੀ ਗਲ ਦੇ ਵਿੱਚ ਰੱਸਾ ਪਾ ਕੇ ਮਾਰਨ ਦੀ ਕੋਸ਼ਿਸ਼ ਕੀਤੀ। ਕਿਤੇ ਨਾ ਕਿਤੇ ਆਪਦੀ ਜਾਨ ਹਥੇਲੀ 'ਤੇ ਧਰ ਕੇ ਲੜ ਰਹੇ ਆ। ਔਰ ਜਦੋਂ ਆਪਣਿਆਂ ਤੋਂ ਇੱਦਾਂ ਦੀਆਂ ਗੱਲਾਂ ਕਹਿੰਦੇ ਨਾ ਸੱਜਣਾ ਨੇ ਫੁੱਲ ਮਾਰਿਆ, ਮੇਰੀ ਰੂਹ ਅੰਬਰਾਂ ਤੱਕ ਰੋਈ। ਅੱਜ ਜਿਹੜੀ ਹੈਗੀ ਆ ਉਹ ਕਿਤੇ ਨਾ ਕਿਤੇ ਮਨ ਦੇ ਵਿੱਚ ਉਹ ਉਦਾਸੀ ਤੇ ਉਹ ਘਟਨਾ ਯਾਦ ਆਉਂਦੀ ਆ। ਮੈਂ ਹਮੇਸ਼ਾ ਇੱਕੋ ਹੀ ਗੱਲ ਕਹਿਣਾ ਹੁੰਦਾ ਕਿ ਮੈਂ ਕੌਮ ਨੂੰ ਸੁਨੇਹਾ ਦੇਣਾ ਚਾਹੁੰਦਾ ਕਿ ਉਹ ਹੋਂਦ ਪਿੰਡ ਨੂੰ ਹੀ ਹੋਂਦ ਨੂੰ ਬਚਾ ਲਿਆ ਜਾਵੇ, ਹੋਂਦ ਨੂੰ ਸੰਭਾਲ ਲਿਆ ਜਾਵੇ, ਨਹੀਂ ਤਾਂ ਇਹ ਜਿਹੜੀਆਂ ਹਵੇਲੀਆਂ ਨੇ ਸਦਾ ਲਈ ਖਤਮ ਹੋ ਜਾਣੀਆਂ ਨੇ। ਅੱਜ ਵੀ ਮੈਂ ਬੜਾ ਧੰਨਵਾਦੀ ਹਾਂ ਗੁਰੂ ਨਾਨਕ ਲੰਗਰ ਸੇਵਾ ਸੁਸਾਇਟੀ ਇੰਟਰਨੈਸ਼ਨਲ ਵੀਰਾਂ ਦੇ ਵਾਲੇ ਵੀਰਾਂ ਦਾ, ਜਿਨ੍ਹਾਂ ਨੇ ਪੂਰਾ ਹੌਸਲਾ ਦੇ ਕੇ ਅੱਜ ਕਿਹਾ ਕਿ ਜਿਹੜਾ ਹੈਗਾ ਪ੍ਰੋਜੈਕਟ ਆਪਾਂ ਸਾਰੇ ਰਲ ਮਿਲ ਕੇ ਸੰਗਤ ਦੇ ਸਹਿਯੋਗ ਨਾਲ ਸਾਰੇ ਰਲ ਮਿਲ ਕੇ ਕਰਦੇ ਹਾਂ। ਔਰ ਮੈਨੂੰ ਇਸ ਗੱਲ ਦੀ ਬਹੁਤ ਜ਼ਿਆਦਾ ਖੁਸ਼ੀ ਆ। ਔਰ ਅਸੀਂ ਚਾਹੁੰਦੇ ਹਾਂ, ਮੇਰਾ ਡਰੀਮ ਆ ਜਿਵੇਂ ਜ਼ਿੰਦਗੀ ਦਾ ਕਿਸੇ ਬੰਦੇ ਦਾ ਨਾ ਵੀ ਮੈਨੂੰ ਜੇ ਨੌਕਰੀ ਤੋਂ ਕੱਢਤਾ ਕੋਈ ਗੱਲ ਨਹੀਂ, ਕੋਈ ਪਰਵਾਹ ਨਹੀਂ, ਜੇ ਮੇਰੇ ਬੱਚੇ ਰੁਲ ਗਏ ਕੋਈ ਪਰਵਾਹ ਨਹੀਂ, ਪਰ ਜੇ ਆਹ ਚੀਜ਼ ਨਹੀਂ ਹੁੰਦੀ, ਜੇ ਇੱਥੇ ਯਾਦਗਾਰ ਨਹੀਂ ਬਣਦੀ ਤਾਂ ਇਹਦੀ ਜ਼ਰੂਰ ਪਰਵਾਹ। ਬਹੁਤ ਵੱਡੀ ਤੇ ਪਤੇ ਦੀ ਗੱਲ ਕੀਤੀ ਆ ਸਰਦਾਰ ਮਨਵਿੰਦਰ ਸਿੰਘ ਗਿਆਸਪੁਰਾ ਸਾਹਿਬ ਨੇ ਕਿ ਗੱਲ ਹੁਣ ਹੋਂਦ ਪਿੰਡ ਦੀ ਨਹੀਂ, ਹੁਣ ਸਿੱਖ ਕੌਮ ਦੀ ਹੋਂਦ ਦੀ ਗੱਲ ਆ। ਇਸ ਹੋਂਦ ਨੂੰ ਅਸੀਂ ਸੰਭਾਲਣਾ, ਆਪਣੀ ਹੋਂਦ ਕਾਇਮ ਰੱਖਣ ਲਈ ਪੂਰੀ ਦੁਨੀਆ ਦੇ ਵਿੱਚ ਵਸਦੇ ਪੂਰੇ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਨੂੰ, ਇਨਸਾਨੀਅਤ ਨੂੰ ਪਿਆਰ ਕਰਨ ਵਾਲੀ ਹਰ ਕੌਮ ਦੇ ਉਸ ਸ਼ਖਸ ਨੂੰ, ਉਸ ਬਸ਼ਰ ਨੂੰ ਮੈਂ ਬੇਨਤੀ ਕਰਾਂਗਾ ਕਿ ਸਾਡਾ ਸਾਥ ਦਿਓ। ਇੱਕ ਇਨਸਾਨ ਨੇ ਆਪਣਾ ਘਰ ਪਰਿਵਾਰ ਆਪਣੀ ਜ਼ਿੰਦਗੀ ਦਾਅ 'ਤੇ ਲਾ ਕੇ ਇਹਨਾਂ ਲੋਕਾਂ ਨੂੰ ਇਨਸਾਫ ਦਿਵਾਉਣ ਲਈ ਆਪਣੀ ਜ਼ਿੰਦਗੀ ਝੋਕ ਦਿੱਤੀ ਹੈ, ਤੇ ਉਸ ਨੂੰ ਐਪਰੀਸ਼ੀਏਟ ਕਰਨ ਦੀ ਬਜਾਏ ਉਹਨੂੰ ਡਿਮੋਰਲਾਈਜ਼ ਕੀਤਾ ਜਾਂਦਾ ਹੈ ਕਿ ਇਹ ਪੈਸੇ ਖਾ ਗਿਆ। ਸਾਡੇ ਨਾਲ ਵੀ ਹੁੰਦਾ ਇਹ ਕੁਝ, ਸਾਨੂੰ ਵੀ ਇਹ ਕੁਝ ਨੈਗੇਟਿਵ ਕਮੈਂਟ ਸੁਣਨ ਵੇਖਣ ਨੂੰ ਮਿਲਦੇ ਆ, ਪਰ ਤੁਹਾਨੂੰ ਅੰਦਾਜ਼ਾ ਨਹੀਂ ਇਹ ਬੜਾ ਵਿਖੜਾ ਪੈਂਦਾ ਹੈ। ਇਹ ਕੋਈ ਸੌਖੀ ਨਹੀਂ ਸੇਵਾ, ਇਹ ਸਿੱਖੀ ਖੰਨਿਓ ਤਿੱਖੀ ਵਾਲੋਂ ਨਿੱਕੀ ਇਹ ਤਮਾਰਗ ਜਾਣਾ, ਇਹ ਕੋਈ ਸੌਖਾ ਰਾਹ ਨਹੀਂ। ਪਰ ਫਿਰ ਵੀ ਮੈਂ ਬੇਨਤੀ ਕਰਦਾ तमाम दुनिया ਦੇ ਵਿੱਚ ਵਸਦੀਆਂ ਸਿੱਖ ਸੰਗਤਾਂ ਨੂੰ, ਇਨਸਾਨੀਅਤ ਨੂੰ ਪਿਆਰ ਕਰਨ ਵਾਲੇ, ਚਾਹੇ ਉਹ ਹਿੰਦੂ ਨੇ, ਚਾਹੇ ਉਹ ਸਿੱਖ ਨੇ, ਚਾਹੇ ਉਹ ਕ੍ਰਿਸਚਨ ਨੇ, ਜਾਂ ਕਿਸੇ ਵੀ ਕੌਮ ਨੂੰ ਸੰਬੰਧ ਰੱਖਦੇ ਨੇ, ਕਿ ਅੱਜ ਗੱਲ ਹੋਂਦ ਦੀ ਜੇ
ਚਾਹੇ ਉਹ ਹੋਂਦ ਪਿੰਡ ਸਮਝ ਲਓ, ਚਾਹੇ ਉਹ ਸਿੱਖ ਕੌਮ ਦੀ ਹੋਂਦ ਦੀ ਗੱਲ ਸਮਝ ਲਓ, ਕਿ ਇਹਨੂੰ ਸੰਭਾਲਣ ਲਈ ਸਾਡਾ ਸਾਥ ਦੇਣਾ ਜੇ, ਮਨਵਿੰਦਰ ਸਿੰਘ ਗਿਆਸਪੁਰਾ ਸਾਹਿਬ ਦਾ ਸਾਥ ਦੇਣਾ ਜੇ, ਕਿਉਂਕਿ ਗੁਰੂ ਨਾਨਕ ਲੰਗਰ ਸੇਵਾ ਸੁਸਾਇਟੀ ਇੰਟਰਨੈਸ਼ਨਲ ਨੇ ਜਿੱਥੇ ਸ਼ਹੀਦ ਪਰਿਵਾਰਾਂ ਦੀ ਸਾਂਭ ਸੰਭਾਲ ਦਾ ਬੀੜਾ ਚੁੱਕਿਆ, ਉਹਨਾਂ ਦੀ ਸੇਵਾ ਦਾ ਬੀੜਾ ਚੁੱਕਿਆ, ਉੱਥੇ ਅਸੀਂ 1984 ਦੀ ਜਿਹੜੀ ਇਹ ਜੈਨੋਸਾਈਡ ਹੋਈ ਆ ਉਹਨਾਂ ਦੇ ਲਈ ਵੀ ਅੱਜ ਅਸੀਂ ਮੋਢੇ ਨਾਲ ਮੋਢਾ ਜੋੜ ਕੇ ਇਹਨਾਂ ਦੇ ਨਾਲ ਅੱਜ ਪੂਰੀ ਸੰਗਤ ਦੇ ਸਾਹਮਣੇ ਅਸੀਂ ਐਲਾਨ ਕਰ ਲਿਆ, ਸ਼ਹੀਦਾਂ ਦੀ ਇਸ ਪਵਿੱਤਰ ਧਰਤੀ ਦੇ ਉੱਤੇ ਜਿੱਥੇ ਉਹਨਾਂ ਨਿਰਦੋਸ਼ ਲੋਕਾਂ ਦਾ ਖੂਨ ਡੁੱਲਿਆ, ਅਸੀਂ ਉੱਥੇ ਖੜ ਕੇ ਇਹ ਵਾਅਦਾ ਕੀਤਾ। ਪਰ ਇਹ ਵਾਅਦਾ ਅਸੀਂ ਤਾਂ ਪੂਰਾ ਕਰ ਸਕਦੇ ਹਾਂ ਜੇ ਆਪ ਸਭ ਦਾ ਸਹਿਯੋਗ ਹੋਏਗਾ ਤੇ। ਇਹ ਜਿਹੜੇ ਤੁਸੀਂ ਇਹ ਕਣਕ ਦੇ ਦਾਣੇ ਵੇਖ ਰਹੇ ਹੋ ਬਲੈਕ ਕਲਰ ਦੇ ਵਿੱਚ, ਇਹ ਸੜੀ ਹੋਈ ਕਣਕ ਦੇ ਦਾਣੇ ਨੇ। ਅੱਜ ਤੋਂ 36 ਸਾਲ ਪਹਿਲਾਂ ਜਿਹੜੀ ਇੱਥੇ ਅੱਗਜਨੀ ਹੋਈ, ਜਿਹੜਾ ਇਹਨਾਂ ਪਰਿਵਾਰਾਂ ਦਾ ਨੁਕਸਾਨ ਕੀਤਾ, ਤੇ ਇਹ ਕਣਕ ਦਾ ਇੱਥੇ ਭੜੋਲੇ ਪਏ ਹੋਣੇ, ਉਹਨਾਂ ਦੀ ਕਣਕ ਦੀਆਂ ਬੋਰੀਆਂ ਪਈਆਂ ਹੋਣਗੀਆਂ, ਤੇ ਇਹ ਸੜੀ ਹੋਈ ਕਣਕ ਕਿਉਂਕਿ ਸੜ ਚੁੱਕੀ ਆ, ਨਹੀਂ ਤੇ ਕਿਤੇ ਨਾ ਕਿਤੇ ਇਹ ਉੱਗ ਕੇ ਖਤਮ ਹੋ ਸਕਦੀ ਸੀਗੀ, ਇਹ ਉੱਗੀ ਨਹੀਂ। ਤੇ ਉਸੇ ਤਰ੍ਹਾਂ ਸੜੇ ਹੋਏ ਦਾਣੇ ਅੱਜ ਵੀ ਉਸ ਸਮੇਂ ਦੀ ਕੀਤੀ ਹੋਈ ਜ਼ਿਆਦਤੀ ਦੀ ਗਵਾਹੀ ਭਰ ਰਹੇ ਨੇ। ਇਸ ਜਗ੍ਹਾ ਦੇ ਉੱਤੇ ਉਹ ਖੂਹ ਸੀ ਜੀ ਜਿਹੜਾ ਕਿ ਲਗਭਗ ਪੂਰ ਦਿੱਤਾ ਗਿਆ, ਜਿੱਥੇ ਅੱਧ ਜਲੀਆਂ ਲਾਸ਼ਾਂ ਜਿਹੜੀਆਂ ਪੁਲਿਸ ਵੱਲੋਂ ਸੁੱਟ ਕੇ ਇੱਥੇ ਜਿਹੜੀਆਂ ਦਫਨ ਕਰ ਦਿੱਤੀਆਂ ਗਈਆਂ ਸੀਗੀਆਂ। ਹੋਂਦ ਚਿੱਲੜ ਤਾਲਮੇਲ ਕਮੇਟੀ ਦੇ ਪ੍ਰੈਜ਼ੀਡੈਂਟ ਸਰਦਾਰ ਮਨਵਿੰਦਰ ਸਿੰਘ ਗਿਆਸਪੁਰਾ ਨੇ ਬੜੇ ਵਿਸਥਾਰ ਦੇ ਨਾਲ ਸਾਰੇ ਇਸ ਘਟਨਾਕ੍ਰਮ ਦਾ ਜ਼ਿਕਰ ਜਿਹੜਾ ਸਾਡੇ ਨਾਲ ਸਾਂਝਾ ਕੀਤਾ ਵੀ ਕਿਵੇਂ ਇਹ ਘਟਨਾ ਹੋਈ ਤੇ ਕਿਵੇਂ ਉਹਨਾਂ ਨੇ ਇਨਸਾਫ ਲਈ ਜਦੋਜਹਿਦ ਕੀਤੀ। ਹੁਣ ਇਸ ਵਕਤ ਸਾਡੇ ਨਾਲ ਨੇ ਸਰਦਾਰ ਓਂਕਾਰ ਸਿੰਘ ਜੀ, ਜਿਹੜੇ ਕਿ ਹੈਲਪਰ ਕਲੱਬ ਜਿਹੜੀ ਕਿ ਇਸ ਟੀਮ ਦੀ ਸਹਿਯੋਗੀ ਹੈ ਔਰ ਇਸ ਇਲਾਕੇ ਦੇ ਵਿੱਚ ਰਹਿੰਦੀ ਆ, ਔਰ ਇਹਨਾਂ ਦੀ ਕੀ ਭੂਮਿਕਾ ਹੈ, ਇਹਨਾਂ ਕੋਲ ਕੀ ਜਾਣਕਾਰੀ ਆ, ਉਹ ਵੀ ਆਪ ਜੀ ਦੇ ਨਾਲ ਸਾਂਝੀ ਕਰਦੇ ਹਾਂ ਜੀ। ਸਰਦਾਰ ਓਂਕਾਰ ਸਿੰਘ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵੀਰ ਜੀ, ਮੈਂ ਦੋ ਗੱਲਾਂ ਕਰਨੀਆਂ ਚਾਹੁੰਦਾ ਜੀ। ਹੁਣੇ ਥੋੜੀ ਦੇਰ ਪਹਿਲੇ ਮੇਰੇ ਵੱਡੇ ਵੀਰ ਮੈਂ ਇਸ ਕਰਕੇ ਕਹਿ ਰਿਹਾ, ਉਮਰ ਵਿੱਚ ਤੇ ਮੇਰੇ ਤੋਂ ਛੋਟੇ ਨੇ, ਲੇਕਿਨ ਇਹਨਾਂ ਦੀ ਜਿਹੜੀ ਕੁਰਬਾਨੀ ਹੈਗੀ ਸ਼ਾਇਦ ਮੇਰੇ ਤੋਂ ਬਹੁਤ ਜ਼ਿਆਦਾ ਹੈ। 2012 ਵਿੱਚ ਜਥੇਦਾਰ ਗੁਰਬਚਨ ਸਿੰਘ ਆਏ ਜੀ, ਉਹ ਇੱਥੇ ਵਾਅਦਾ ਕਰਕੇ ਗਏ ਸਿੱਖ ਕੌਮ ਦੇ ਨਾਲ ਕਿ ਅਸੀਂ ਇਹਨੂੰ ਸੰਭਾਲਾਂਗੇ, ਔਰ 2013 ਤੋਂ ਲੈ ਕੇ ਹੁਣ 2020 ਹੈ, ਅਸੀਂ ਹਰ ਸਾਲ ਹੈਲਪਰ ਕਲੱਬ ਵੱਲੋਂ ਫਰੀਦਾਬਾਦ ਤੋਂ ਇੱਥੇ ਆ ਕੇ ਕੋਈ ਨਾ ਕੋਈ ਸਮਾਗਮ ਕਰਦੇ ਹਾਂ, ਜਾਂ ਅਸੀਂ ਆਪਣੇ ਵੀਰ ਮਨਵਿੰਦਰ ਸਿੰਘ ਗਿਆਸਪੁਰੇ ਦੇ ਨਾਲ ਮਿਲ ਕੇ ਹੀ ਕਰਦੇ ਹਾਂ। ਉਸ ਸਾਰੇ ਪ੍ਰੋਗਰਾਮ ਨੂੰ ਤਕਰੀਬਨ 8 ਸਾਲ ਹੋ ਚੁੱਕੇ ਹਨ। ਮੈਂ ਉਸ ਦੇ ਬਾਅਦ ਇੱਕ ਵਾਰ ਵੀ ਕਿਸੇ ਜਥੇਦਾਰ ਨੂੰ ਇਸ ਜ਼ਮੀਨ ਦੇ ਉੱਤੇ ਆਂਦੇ ਹੋਏ ਨਹੀਂ ਦੇਖਾ। ਸਿਰਫ ਅੱਜ ਤੋਂ 2 ਜਾਂ 2.5 ਸਾਲ ਪਹਿਲੇ ਅਸੀਂ ਜਦ ਵੀ ਇੱਥੇ ਕੋਈ ਕਾਰਵਾਈ ਕਰਨ ਦੀ ਕੋਸ਼ਿਸ਼ ਕਰਦੇ ਹਾਂ ਕਿ ਬਈ ਇਹਨੂੰ ਉਸਾਰੀ ਕਰੀਏ, ਫਿਰ ਉਹ ਆਪਣੇ ਜਿਹੜੇ 1-2 ਚਮਚੇ ਲਾ ਰੱਖੇ ਨੇ ਨਾ ਬਾਦਲ ਸਰਕਾਰ ਨੇ, ਉਹ ਆਪਣੇ ਚਮਚੇ ਭੇਜ ਦਿੰਦੇ ਨੇ ਇੱਥੇ ਤਾਂ ਕਿ ਇਹ ਕੁਛ ਨਾ ਖੇਡਣਾ ਨਾ ਖੇਡਣ ਦੇਣਾ। ਇਹ ਜਿਹੜੀ ਸਾਡੇ ਅਜੋਕਾ ਪੰਥ ਜਿਹੜਾ ਆਪਣੇ ਆਪ ਨੂੰ ਡਿਕਲੇਅਰ ਕਰ ਰੱਖਿਆ ਹੈ, ਅਖੌਤੀ ਪੰਥ ਮੈਂ ਇਹਨੂੰ ਕਹਾਂਗਾ, ਅਖੌਤੀ ਪੰਥ ਨੇ ਨਾ ਖੇਡਣਾ ਤੇ ਨਾ ਖੇਡਣ ਦੇਣਾ। ਅੱਜ ਮੈਂ ਉਹਨੂੰ ਚੈਲੰਜ ਕਰਨਾ ਚਾਹੁੰਦਾ ਗੁਰਬਚਨ ਸਿੰਘ ਨੂੰ, ਅਕਾਲ ਤਖਤ ਦੇ ਜਥੇਦਾਰ ਨੂੰ, ਕਿਉਂਕਿ 13 ਵਿੱਚ ਜਦ ਮੈਂ ਆਇਆ ਸੀਗਾ ਨਾ, ਜਿੱਥੇ ਉਹ ਕਹਿੰਦੇ ਸੀਗੇ ਪੱਥਰ ਲਾ ਕੇ ਗਏ, ਉਹ ਪੱਥਰ ਨਹੀਂ ਲਾ ਕੇ ਗਏ ਸੀਗੇ, ਉਹ ਪੱਥਰ ਅੱਜ ਵੀ ਹੈ ਨਾ ਉੱਥੇ ਸਲੇਟ ਜਿਹੀ ਹੈਗੀ, ਤੇ ਉੱਥੇ ਇੱਕ ਪੇਪਰ ਚਿਪਕਾ ਕੇ ਹੈ ਨਾ, ਪੇਪਰ ਚਿਪਕਾਇਆ ਹੋਇਆ ਸੀਗਾ ਉੱਥੇ।
ਔਰ ਜਦ ਅਗਲੇ ਸਾਲ ਮੈਂ ਆਇਆ 13 ਦੇ ਵਿੱਚ, ਤੇ ਉਹ ਪੇਪਰ ਵੀ ਹੈ ਨਾ ਅੱਧਾ ਫੱਟਾ ਹੋਇਆ ਲਟਕ ਰਿਹਾ ਸੀ, ਔਰ ਸਾਹਮਣੇ ਇੱਕ ਕੁੱਤਾ ਜੋ ਹੈ ਨਾ ਉਹ ਪਿਸ਼ਾਬ ਕਰ ਰਿਹਾ ਸੀਗਾ। ਸ਼ਰਮ ਦੀ ਗੱਲ ਹੈ, ਇਹ ਮੈਂ ਖੁਦ ਦੇਖਿਆ, ਮੈਂ ਆਪਣੇ ਸਾਥੀਆਂ ਨਾਲ ਇੱਥੇ ਦੇਖਾ ਸੀਗਾ। ਤਦ ਮੈਂ ਕਸਮ ਖਾਦੀ ਸੀ ਕਿ ਮੈਂ ਆਪਣੇ ਇਸ ਵੀਰ ਦੇ ਨਾਲ ਖੜੇ ਹੋ ਕੇ, ਚਾਹੇ ਮੈਨੂੰ ਉਹਦੇ ਵਾਸਤੇ ਕੁਝ ਵੀ ਕੁਰਬਾਨੀ ਕਰਨੀ ਪਏ, ਤਨ ਮਨ ਧਨ ਨਾਲ। ਹੈਲਪਰ ਕਲੱਬ ਫਰੀਦਾਬਾਦ ਹੀ ਨਹੀਂ, ਮੇਰੇ ਨਾਲ ਸਿੱਖ ਯੂਥ ਟੀਮ ਵੀ ਆਈ ਹੋਈ ਹੈ ਫਰੀਦਾਬਾਦ ਤੋਂ, ਔਰ ਬਹੁਤ ਸਾਰੀ ਸੰਸਥਾਵਾਂ ਵੀ ਹਨ ਜਿਹੜੀ ਖਾਲੀ ਫਰੀਦਾਬਾਦ ਤੋਂ ਨਹੀਂ, ਗੁੜਗਾਵਾਂ ਤੋਂ, ਰਿਵਾੜੀ ਤੋਂ, ਪੂਰੇ ਹਰਿਆਣੇ ਤੋਂ, ਪੰਜਾਬ ਤੋਂ ਇਹ ਲੈ ਕੇ ਆਉਣਗੇ, ਤੇ ਹਰਿਆਣੇ ਦਾ ਅਸੀਂ ਸਾਰਿਆਂ ਨੂੰ ਨਾਲ ਲੈ ਕੇ ਤੇ ਇਹ ਕੰਮ ਕਰਾਂਗੇ। ਲੇਕਿਨ ਉਹ ਉੱਥੇ ਹੀ ਬੈਠੇ ਰਹਿਣ ਹੁਣ ਅੰਮ੍ਰਿਤਸਰ ਵਾਲੇ, ਇੱਥੇ ਪੈਰ ਲਾਉਣ ਦੀ ਜ਼ਰੂਰਤ ਨਹੀਂ ਹੈ ਉਹਨਾਂ ਨੂੰ, ਕਿਉਂਕਿ ਅਸੀਂ ਜਦ ਵੀ ਕੰਮ ਕਰਨਾ ਸ਼ੁਰੂ ਕੀਤਾ, ਮੇਰਾ ਵੀਰ ਗਵਾਹ ਹੈਗਾ, ਉਹ ਕੋਈ ਨਾ ਕੋਈ ਕਿਸੇ ਨੂੰ ਪ੍ਰੈਸ ਨੋਟ ਭੇਜ ਦੇਣਗੇ, 4 ਬੰਦੇ ਆ ਕੇ ਕਦੇ ਕੁਝ ਕਰ ਦੇਣਗੇ, ਇਹ ਡਰਾਮੇਬਾਜ਼ੀ ਆ ਕੇ ਕਰ ਦੇਣ, ਔਰ ਇੱਥੇ ਨਾ ਕਰ ਦੇਣ ਔਰ ਨਾ ਕਰਨ ਦੇ ਰਹਿਣ। ਦੂਸਰੀ ਗੱਲ ਮੈਂ ਕਰਨਾ ਚਾਹੁੰਦਾ, ਅੱਜ ਤੋਂ 2 ਸਾਲ ਪਹਿਲੇ ਜਿਹੜੇ ਵੀਰ ਦੀ ਜਿਹੜੀ ਗਾਥਾ ਹੈਗੀ, ਤਕਰੀਬਨ 2.5 ਸਾਲ ਪਹਿਲੇ, ਤਕਰੀਬਨ ਇਤਨੇ ਹੀ ਹੋਏ ਹੋਣੇ, ਜਦ ਹਾਈ ਕੋਰਟ ਦੇ ਵਿੱਚ ਖੱਟਰ ਸਾਹਿਬ ਨੇ, ਕਿਉਂਕਿ ਇਹਨਾਂ ਦੀ ਸਰਕਾਰ ਬਣ ਚੁੱਕੀ ਸੀਗੀ, ਇਹਨਾਂ ਨੇ ਦੇਣਾ ਸੀਗਾ ਐਫੀਡੇਵਿਟ ਦੇਣਾ ਸੀਗਾ 4 ਪੁਲਿਸ ਕਰਮੀਆਂ ਦੇ ਉੱਤੇ FIR ਦਰਜ ਕਰਕੇ। 2 ਸਾਲ ਪਹਿਲੇ ਮੇਰੇ ਵੀਰ ਵੀ ਖੜੇ ਨੂੰ ਇਸ ਚੀਜ਼ ਦਾ ਗਵਾਹ ਹਨ। ਖੱਟਰ ਸਾਡੇ ਫਰੀਦਾਬਾਦ ਹੀ 'ਚ ਆਇਆ, ਅਸੀਂ ਸਿੱਖ ਸੰਗਤ ਵੱਲੋਂ ਉਹਦੇ ਨਾਲ ਚਾਹ ਪੀਣ ਤੇ ਕਿਸੇ ਨੇ ਬੁਲਾਇਆ ਸੀਗਾ, ਹਾਲਾਂਕਿ ਮੈਂ ਉਹਨਾਂ ਦੀ ਚਾਹ ਨਹੀਂ ਪੀਣ ਗਿਆ ਸੀ। ਮੈਂ ਪਹਿਲੇ ਕਹਿ ਦਿੱਤਾ ਸੀਗਾ ਕਿ ਮੈਂ ਤਦ ਆਵਾਂਗਾ ਇਸ ਮੀਟਿੰਗ ਦੇ ਵਿੱਚ ਜੇ ਸਾਡੇ ਸ਼ਹੀਦਾਂ ਦੀ ਗੱਲ ਕੀਤੀ ਜਾਏਗੀ। ਅਸੀਂ ਉਹਦੇ ਨਾਲ ਗੱਲ ਕੀਤੀ, ਔਰ ਮੈਨੂੰ ਬੜਾ ਸ਼ਰਮ ਨਾਲ ਮਹਿਸੂਸ ਹੋਣਾ ਪੈ ਰਿਹਾ ਕਿ ਇੱਕ ਖੱਟਰ ਜੋ ਕਿ ਚੀਫ ਮਿਨਿਸਟਰ ਹੋਏ ਹਰਿਆਣੇ ਦਾ, ਔਰ ਜਦ ਮੈਂ ਉਸ ਦੇ ਨਾਲ ਗੱਲ ਕੀਤੀ ਤਾਂ ਮੈਨੂੰ ਸਭ ਤੋਂ ਪਹਿਲੇ ਕਹਿੰਦਾ 15-15 ਲੱਖ ਰੁਪਏ ਦੇ ਦਿੱਤੇ ਉਹਨਾਂ ਨੂੰ, 20-20 ਲੱਖ ਰੁਪਇਆ। ਮੈਂ ਕਿਹਾ 15-20 ਲੱਖ ਰੁਪਏ ਦੇਣ ਨਾਲ ਕੀ ਉਹਨਾਂ ਨੂੰ ਇਨਸਾਫ ਮਿਲ ਗਿਆ? ਮੈਂ ਕਿਹਾ ਇਨਸਾਫ ਵਾਸਤੇ ਜਿਹੜਾ ਤੁਸੀਂ ਐਫੀਡੇਵਿਟ ਦੇਣਾ ਹੈਗਾ ਉਹਨਾਂ ਪੁਲਿਸ ਕਰਮੀਆਂ ਦੇ ਉੱਤੇ FIR ਕਰਕੇ, ਉਹ ਅਜੇ ਤੱਕ ਤੁਸੀਂ ਨਹੀਂ ਕੀਤਾ। TP ਗਰਗ ਕਮਿਸ਼ਨ ਦੇ ਹਿਸਾਬ ਨਾਲ ਹੈ, ਔਰ ਖੱਟਰ ਸਾਨੂੰ ਕਹਿੰਦਾ ਹੈਗਾ, ਸ਼ਰਮ ਦੀ ਗੱਲ ਹੈ ਕਿ ਮੈਂ ਜਾ ਕੇ ਉਹ ਰਿਪੋਰਟ ਪੜ੍ਹਾਂਗਾ। ਇੱਕ ਚੀਫ ਮਿਨਿਸਟਰ, ਉਹਨੂੰ ਇਤਨਾ ਨਹੀਂ ਪਤਾ, ਔਰ ਉਸਨੂੰ ਇਹ ਪਤਾ ਚੱਲ ਚੁੱਕਾ ਸੀ ਕਿ ਅਸੀਂ ਇਹ ਮੁੱਦਾ ਚੁੱਕਣਾ ਹੈ, ਅਸੀਂ ਕਿਉਂਕਿ ਪਹਿਲੇ ਦੱਸ ਚੁੱਕੇ ਸੀਗੇ। ਹੁਣ ਉਹਨਾਂ ਨੇ ਕੀ ਕੀਤਾ, ਸਾਡੇ ਨਾਲ ਵਾਅਦਾ ਕਰਕੇ ਗਏ ਕਿ ਅਸੀਂ ਕੁਝ ਕਰਾਂਗੇ, ਔਰ ਉਹ ਵਾਅਦਾ ਕੀ ਕੀਤਾ, ਖਿਲਾਫੀ ਕੀਤੀ ਹੈ ਕਿ ਸਾਨੂੰ ਦੇਣਾ ਤਾਂ ਕੁਝ ਨਹੀਂ, FIR ਤਾਂ ਨਹੀਂ ਕੀਤੀ, ਉਲਟਾ ਉੱਥੇ ਹਾਈ ਕੋਰਟ ਦੇ ਵਿੱਚ ਲਿਖ ਕੇ ਦੇ ਦਿੱਤਾ ਕਿ ਇਹਨਾਂ ਦੇ ਉੱਤੇ ਹੁਣ ਪੁਰਾਣਾ ਹੋ ਚੁੱਕਾ, 36 ਸਾਲ ਹੋ ਗਏ, ਇਤਨੇ ਸਾਲ ਹੋ ਗਏ, ਹੁਣ ਤਾਂ ਕੇਸ ਬਣਦਾ ਹੀ ਨਹੀਂ ਹੈ। ਇਹ ਲੋਕਤੰਤਰ ਵਾਸਤੇ ਬਹੁਤ ਖਤਰਨਾਕ ਗੱਲ ਹੈ ਇਹ ਹਰਿਆਣਾ ਸਰਕਾਰ ਦੀ, ਔਰ ਇਹ BJP ਵਾਲੇ ਕਾਂਗਰਸ ਦੇ ਉੱਤੇ ਐਲੀਗੇਸ਼ਨ ਲਾਉਂਦੇ ਨੇ। ਮੈਂ ਕਾਂਗਰਸ ਦੇ ਫੇਵਰ ਦੀ ਨਹੀਂ ਗੱਲ ਕਰ ਰਿਹਾ, ਉਹਨਾਂ ਕਰਕੇ ਤੇ ਇਹ ਸਾਰਾ ਕੁਝ ਹੋਇਆ ਹੈ, ਪਰ BJP ਵੀ ਉਹਨਾਂ ਤੋਂ ਘੱਟ ਨਹੀਂ ਹੈਗੀ, ਤਾਂ ਹੀ ਇਹ ਨਹੀਂ ਕਰ ਰਹੀ। ਉਹਨਾਂ ਦੇ ਉੱਤੇ ਕਾਰਵਾਈ ਨਾ ਕਰਨਾ BJP ਦੀ ਇਹ ਸਾਬਿਤ ਕਰਦੀ ਹੈ ਕਾਂਗਰਸ ਔਰ BJP ਮਿਲੇ ਹੋਏ ਹਨ। ਇਹ ਦੋਨੋਂ ਇੱਕ ਹੀ ਸਿੱਕੇ ਦੇ 2 ਪਹਿਲੂ ਹਨ। ਇਹ ਗੁੰਮਰਾਹ ਕੀਤਾ ਜਾਇਆ ਹੈ, ਇਹ ਮਾਈਨੋਰਿਟੀ ਦੇ ਉੱਤੇ ਜਿਹੜਾ ਹਮਲਾ ਹੈਗਾ, ਇਹ ਮਾਈਨੋਰਿਟੀ ਦੇ ਹਮਲਾ ਨਹੀਂ ਹੈ, ਇਹ ਲੋਕਤੰਤਰ ਤੇ ਹਮਲਾ ਹੈ। ਲੋਕਤੰਤਰ ਬਚ ਨਹੀਂ ਪਾਏਗਾ। ਇਹ ਖੱਟਰ ਸਾਹਿਬ ਤੇ ਮੋਦੀ ਸਾਹਿਬ ਨੂੰ ਮੈਂ ਸੰਦੇਸ਼ ਦੇਣਾ ਚਾਹੁੰਦਾ, ਔਰ ਬਾਕੀ ਵੀਰ ਦੇ ਨਾਲ ਅਸੀਂ ਖੜੇ ਹਾਂ, ਤੇ ਤੁਹਾਡਾ ਬਹੁਤ ਬਹੁਤ ਧੰਨਵਾਦ। ਬਹੁਤ ਸ਼ੁਕਰੀਆ ਜੀ। ਸਰਦਾਰ ਓਂਕਾਰ ਸਿੰਘ ਜੀ ਨੇ ਇੱਕ ਬਹੁਤ ਵੱਡਾ ਸਵਾਲ ਚੁੱਕਿਆ ਹੈ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਸਾਹਿਬ ਤੇ, ਔਰ ਮੈਂ ਹੈਰਾਨ ਹਾਂ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਵੀ ਝੂਠ ਬੋਲ ਜਾਂਦੇ ਨੇ। ਕੀ ਕਰਦੇ ਹੋ ਏਡੇ ਮਹਾਨ ਤਖਤ ਦੇ ਉੱਤੇ, ਜਦੋਂ ਤੁਹਾਨੂੰ ਸਤਿਗੁਰੂ ਸੱਚੇ ਪਾਤਸ਼ਾਹ ਦੀ ਕਿਰਪਾ ਨਾਲ ਸੇਵਾ ਮਿਲਦੀ ਹੈ, ਤੇ ਮੈਂ ਕਹਿੰਦਾ ਵੀ ਚਲੋ ਬੜੀਆਂ ਉਂਗਲਾਂ ਉੱਠਦੀਆਂ ਰਹੀਆਂ ਨੇ ਅਕਾਲ ਤਖਤ ਸਾਹਿਬ ਦੇ ਜਥੇਦਾਰਾਂ ਦੀਆਂ ਭੂਮਿਕਾ 'ਤੇ, ਪਰ ਮੈਂ ਇੱਕ ਗੱਲ ਕਹਿ ਦਿਆਂ ਭਈ ਭਾਵੇਂ ਢੋਂਗ ਹੀ ਕੀਤਾ ਸਹੀ, ਜਥੇਦਾਰੀ ਦਾ ਸਿਰਫ ਮਖੌਟਾ ਹੀ ਪਾਇਆ ਸਹੀ, ਤਾਂ ਵੀ ਤੁਸੀਂ ਸਾਡੇ ਸਤਿਕਾਰਯੋਗ ਹੋ। ਗੁਰਬਾਣੀ ਚਾਹੁੰਦਾ ਨਾ, ਨਿਰਪ ਕੰਨਿਆ ਕੇ ਕਾਰਨ ਇੱਕ ਭਇਆ ਭੇਖ ਧਾਰੀ, ਕਾਮਾ ਰਥੀ ਸਵਾਰਥੀ ਵਾਂ ਕੀ ਪੈਜ ਸਵਾਰੀ। ਇੱਕ ਨੇ ਤੇ ਡਰਾਮਾ ਹੀ ਕੀਤਾ ਸੀ ਕਿਸੇ ਇੱਕ ਕੰਨਿਆ ਦੇ ਕਰਕੇ। ਮੈਂ ਥੋੜ੍ਹੀ ਜਿਹੀ ਗੱਲ ਸਾਂਝੀ ਕਰਦਿਆਂ ਸੰਗਤ ਦੇ ਨਾਲ ਕਿ ਕਿਸੇ ਰਾਜੇ ਦੀ ਬੇਟੀ ਦੇ ਨਾਲ ਕੋਈ ਆਮ ਸਧਾਰਨ ਬੰਦਾ ਉਹਨੂੰ ਬੜਾ ਚਾਹੁੰਦਾ ਸੀ, ਉਹਦੀ ਖੂਬਸੂਰਤੀ ਤੇ ਮੋਹਤ ਸੀ, ਤੇ ਉਹ ਚਾਹੁੰਦਾ ਸੀ ਮੈਂ ਇਹਦੇ ਨਾਲ ਸ਼ਾਦੀ ਕਰ ਲਵਾਂ, ਪਰ ਉਹ ਰਾਜੇ ਦੀ ਬੇਟੀ ਕਹਿੰਦੀ ਸੀ ਕਿ ਮੈਂ ਬ੍ਰਹਮਾ ਜੀ ਨਾਲ ਸ਼ਾਦੀ ਕਰਨੀ ਆ। ਉਹ ਬੰਦੇ ਨੇ ਕਿਸੇ ਸਿਆਣੇ ਨੂੰ ਪੁੱਛਿਆ ਕਿ ਬ੍ਰਹਮਾ ਜੀ ਕਿਵੇਂ ਦੇ ਨੇ, ਤੇ ਉਹਨਾਂ ਦੱਸਿਆ ਕਿ ਉਹਨਾਂ ਦੇ 2-3 ਮੂੰਹ ਨੇ, 4-4 5-5 ਬਾਹਾਂ ਨੇ, ਇਸ ਤਰ੍ਹਾਂ ਦਾ ਉਹਨਾਂ ਦਾ ਰੂਪ ਆ। ਉਹਨੇ ਕਿਸੇ ਕਾਰੀਗਰ ਕੋਲੋਂ ਉਸੇ ਤਰ੍ਹਾਂ ਹੀ ਉਹ ਬਾਹਾਂ ਲਵਾ ਲਈਆਂ, ਨਕਲੀ ਮੂੰਹ ਲਵਾ ਕੇ ਬ੍ਰਹਮਾ ਦਾ ਭੇਸ ਧਾਰ ਕੇ ਉੱਥੇ ਚਲਾ ਗਿਆ, ਤੇ ਰਾਜੇ ਦੀ ਬੇਟੀ ਨੇ ਉਹਦੇ ਗਲ 'ਚ ਵਰਮਾਲਾ ਪਾਤੀ, ਤੇ ਉਹ ਉੱਥੇ ਬ੍ਰਹਮਾ ਦੇ ਰੂਪ ਦੇ ਵਿੱਚ ਉਹ ਰਾਜ ਭਾਗ ਦੀਆਂ ਸਾਰੀਆਂ ਸੁੱਖ ਸਹੂਲਤਾਂ ਮੰਨਣ ਲੱਗ ਪਿਆ। ਇੱਕ ਦਿਨ
ਉਸ ਰਾਜ ਦੇ ਉੱਤੇ ਦੂਸਰੇ ਰਾਜੇ ਨੇ ਹਮਲਾ ਕਰ ਦਿੱਤਾ। ਇਹ ਗੁਰਬਾਣੀ 'ਚ ਲਿਖੀ ਗੱਲ ਕਰ ਰਿਹਾ ਮੈਂ। ਤੇ ਉਹਨਾਂ ਰਾਜੇ ਨੂੰ ਦੱਸਿਆ ਜੀ ਮਹਾਰਾਜ ਹਮਲਾ ਹੋ ਗਿਆ ਜੇ ਸਾਡੇ ਰਾਜ ਤੇ। ਕਹਿੰਦਾ ਮੈਨੂੰ ਕੋਈ ਟੈਨਸ਼ਨ ਨਹੀਂ, ਮੇਰਾ ਤੇ ਜਵਾਈ ਬ੍ਰਹਮਾ, ਉਹਨੇ ਤੇ ਇੱਕ ਫੂਕ ਮਾਰਿਆ ਸਾਰਾ ਕੁਝ ਮਲੀਆ ਮੇਟ ਕਰ ਦੇਣਾ। ਹੁਣ ਉਹ ਡਰਾਮੇਬਾਜ਼ ਸੀ, ਉਹ ਅਸਲੀ ਬ੍ਰਹਮਾ ਨਹੀਂ ਸੀ, ਪਰ ਫਿਰ ਵੀ ਉਹਨੇ ਅਰਦਾਸ ਕੀਤੀ ਵੀ ਸੱਚੇ ਪਾਤਸ਼ਾਹ, ਉਹ ਅਕਾਲ ਪੁਰਖ ਪਰਮਾਤਮਾ, ਹੁਣ ਮੈਂ ਤੇਰਾ ਭੇਖ ਧਾਰ ਲਿਆ ਈ ਤੇ ਹੁਣ ਤੇਰੇ ਨਾਂ ਨੂੰ ਹੀ ਧੱਕੇ ਪੈਣੇ ਈ, ਹੁਣ ਬਚਾ। ਉੱਥੇ ਆਪ ਸਤਿਗੁਰੂ ਸੱਚੇ ਪਾਤਸ਼ਾਹ ਨੇ ਕਹਿ ਲਾ ਉਸ ਅਕਾਲ ਪੁਰਖ ਨੇ ਉਹਨੂੰ ਸਾਰੀਆਂ ਸ਼ਕਤੀਆਂ ਪ੍ਰਦਾਨ ਕੀਤੀਆਂ ਤੇ ਉਸ ਹਮਲੇ ਤੋਂ ਬਚਾਇਆ ਉਸ ਰਾਜੇ ਨੂੰ। ਵੀ ਉਹਦੀ ਵੀ ਪੈਜ ਸਵਾਰ ਲਈ, ਤੁਸੀਂ ਝੂਠੇ ਹੀ ਸਹੀ, ਤੁਸੀਂ ਡਰਾਮੇਬਾਜ਼ ਹੀ ਸਹੀ, ਪਰ ਫਿਰ ਵੀ ਗੁਰੂ ਦੇ ਉਸ ਪਵਿੱਤਰ ਤਖਤ ਦੇ ਉੱਤੇ ਸੇਵਾਦਾਰ ਜੇ। ਰੱਬ ਦਾ ਵਾਸਤਾ ਮੈਂ ਮੌਜੂਦਾ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਨੂੰ ਵੀ ਬੇਨਤੀ ਕਰਦਾ ਕਿ ਤੁਹਾਡੇ ਨੋਟਿਸ 'ਚ ਵੀ ਇਹ ਆ ਜੇ। ਤੁਹਾਡੇ ਤੋਂ ਕਈ ਵਾਰੀ ਕੁਝ ਉਮੀਦਾਂ ਵੱਜਦੀਆਂ ਨੇ, ਤੁਹਾਡੇ ਕੁਝ ਬਿਆਨਾਤ ਇਸ ਤਰ੍ਹਾਂ ਦੇ ਕਈ ਵਾਰੀ ਆਉਂਦੇ ਨੇ ਕਿ ਸੰਗਤ ਨੂੰ ਉਮੀਦ ਵੱਜਦੀ ਆ ਤੁਹਾਡੇ ਤੋਂ, ਤੇ ਆਓ ਇਸ ਹੋਂਦ ਨੂੰ ਬਚਾਉਣ ਦੇ ਵਿੱਚ ਸੰਗਤ ਦੇ ਨਾਲ ਜੁੜੋ ਤੇ ਰੱਬ ਦਾ ਵਾਸਤਾ ਗੱਲ ਉਹ ਕਰਿਓ ਜਿਹੜੀ ਕਰ ਦੇਣੀ ਆ। ਕਿਉਂਕਿ ਅੱਜ ਓਂਕਾਰ ਸਿੰਘ ਜੀ ਹੋਣਾ ਨੇ ਬੜੀ ਵੱਡੀ ਗੱਲ ਕਰਤੀ ਕਿ ਗਿਆਨੀ ਗੁਰਬਚਨ ਸਿੰਘ ਜੀ ਝੂਠ ਬੋਲ ਕੇ ਚਲੇ ਗਏ, ਮੁੜ ਕੇ ਕੀਤਾ ਕੁਛ ਨਹੀਂ, ਸਗੋਂ ਰੋਕਣ ਟੋਕਣ ਦਾ ਯਤਨ ਕਰਦੇ ਆ। ਤੁਸੀਂ ਸਹਿਯੋਗ ਦਿਓ, ਤੁਹਾਡੇ ਕੋਲ ਬਜਟ ਆ ਸ਼੍ਰੋਮਣੀ ਕਮੇਟੀ ਦਾ। ਮਨਵਿੰਦਰ ਸਿੰਘ ਗਿਆਸਪੁਰਾ ਗੱਡੀ 'ਚ ਤੇਲ ਪਾਉਣ ਖਣੋਂ ਬੈਠਾ ਹੁੰਦਾ ਵਿਚਾਰਾ, ਇਹ ਕੋਈ ਗੱਲ ਆ? ਇਲਜ਼ਾਮ ਇਹਦੇ ਤੇ ਇਹ ਨੇ ਕਿ ਸਾਰੀ ਦੁਨੀਆ 'ਚੋਂ ਪਤਾ ਨਹੀਂ ਕਿੰਨਾ ਕੁ ਪੈਸਾ ਆ ਗਿਆ। ਅੱਜ ਇਹ ਗੱਲ ਮੈਂ ਕਲੀਅਰ ਤੌਰ ਤੇ ਕਹਿਣਾ ਚਾਹੁੰਦਾ, ਜਿਹੜੇ ਪਰਿਵਾਰ ਅੱਜ ਇੱਥੇ ਆਏ ਨੇ ਉਹਨਾਂ ਕੋਲੋਂ ਤੇ ਮੈਂ ਪੁੱਛ ਸਕਣਾ, ਜਿਹੜੇ ਪਰਿਵਾਰ ਪੀੜਤ ਪਰਿਵਾਰ ਇਹਨਾਂ 79 ਪਰਿਵਾਰਾਂ 'ਚੋਂ ਜਿਨ੍ਹਾਂ ਨੂੰ ਮੁਆਵਜ਼ਾ ਮਿਲਿਆ, ਕੋਈ ਇੱਕ ਪਰਿਵਾਰ ਸਾਬਤ ਕਰੇ ਕਿ ਇਸ ਮੁਆਵਜ਼ੇ ਤੋਂ ਬਾਅਦ ਮਨਵਿੰਦਰ ਸਿੰਘ ਗਿਆਸਪੁਰਾ ਨੂੰ ਅਸੀਂ ਕੋਈ ਆਪਣੀ ਜੇਬ 'ਚੋਂ ਪੈਸਾ ਦਿੱਤਾ। ਠੀਕ ਕਹਿ ਰਿਹਾ ਗਿਆਸਪੁਰਾ ਸਾਹਿਬ ਮੈਂ? ਔਰ ਇਹ ਗੱਲ ਜਿਹੜੀ ਆ, ਕਿਉਂਕਿ ਔਨ ਦਾ ਰਿਕਾਰਡ ਪੂਰੀ ਦੁਨੀਆ ਸੁਣ ਰਹੀ ਹੈ ਭਈ ਉਹਨਾਂ ਨੂੰ ਮੁਆਵਜ਼ਾ ਦਵਾਇਆ ਗਿਆ। ਸ਼ਾਇਦ ਕਿਤੇ ਮਾफ़ ਕਰਨਾ, ਉਹਨਾਂ ਪਰਿਵਾਰਾਂ ਨੇ ਬਹੁਤ ਦੁੱਖ ਝੱਲੇ ਨੇ, ਆਪਣੇ ਪਰਿਵਾਰਕ ਜੀ ਗਵਾਏ ਨੇ। ਕਿਤੇ ਨਾ ਕਿਤੇ ਸ਼ਾਇਦ ਉਹਨਾਂ ਦੇ ਮਨ 'ਚ ਵੀ ਇਹ ਤੌਖਲਾ ਹੋਣਾ ਕਿ ਜੇ ਸਾਨੂੰ ਮੁਆਵਜ਼ਾ ਮਿਲ ਗਿਆ ਤੇ ਕਰੋੜਾਂ ਰੁਪਏ ਗਿਆਸਪੁਰਾ ਸਾਹਿਬ ਨੂੰ ਵੀ ਕਿਤੇ ਨਾ ਕਿਤੇ ਮਿਲ ਗਏ ਹੋਣਗੇ, ਇਹਨਾਂ ਨੂੰ ਕਿਉਂ ਮਿਲਣੇ ਸੀ? NRI ਭੈਣ ਭਰਾਵਾਂ ਦੀ ਜਿਹੜੀ ਗੱਲ ਆ, ਇਹ ਅੱਜ ਦੀ ਗੱਲ ਸਾਡੀ ਪੂਰੀ ਦੁਨੀਆ ਦੇ ਵਿੱਚ ਪੰਜਾਬੀ ਸਮਝਣ ਵੇਖਣ ਸੁਣਨ ਵਾਲਿਆਂ ਕੋਲ ਪਹੁੰਚਦੀ ਆ, ਪਹੁੰਚਣੀ ਆ। ਲੋਕਾਂ ਨੇ ਰਸੀਦਾਂ ਪਾ ਦੇਣੀਆਂ ਨੇ, ਆਹ ਮੈਂ ਵੈਸਟਰਨ ਯੂਨੀਅਨ ਰਾਹੀਂ ਇੰਨੇ ਪੈਸੇ ਭੇਜੇ ਨੇ ਗਿਆਸਪੁਰਾ ਸਾਹਿਬ ਨੂੰ, ਆਹ ਮੈਂ ਉਹਨਾਂ ਦੇ ਅਕਾਊਂਟ 'ਚ ਪਾਏ ਨੇ, ਸਾਰਾ ਕੁਝ ਹੁੰਦਾ ਭੇਜਣ ਵਾਲਿਆਂ ਕੋਲ। ਪਰ ਮੈਂ ਚਾਹਾਂਗਾ ਕਿ ਸਾਰੀ ਸਿੱਖ ਸੰਗਤ ਆਓ, ਗਿਆਸਪੁਰਾ ਸਾਹਿਬ ਨੂੰ ਇਹ ਸੇਵਾ ਦਾ ਮੌਕਾ ਦਈਏ, ਪਰ ਇਹਨਾਂ ਨੂੰ ਫਾਈਨੈਂਸ਼ਲੀ ਸਪੋਰਟ ਵੀ ਕਰੀਏ ਤਾਂ ਕਿ ਇਹ ਆਪਣੀ ਲੜਾਈ ਜਿਹੜੀ ਆ ਕਮ ਸੇ ਕਮ ਪੈਸੇ ਪੱਖੋਂ ਤੇ ਨਾ ਰਹਿ ਜਾਣ। ਆਓ ਸਾਰੇ ਜਣੇ ਰਲ ਮਿਲ ਕੇ ਇਹਨਾਂ ਦੀ ਪਿੱਠ ਤੇ ਖੜੀਏ। ਇੱਕ ਬੰਦੇ ਨੇ ਸਾਬਤ ਕਰ ਦਿੱਤਾ ਜੇ ਕਿ ਮੈਂ ਆਹ ਕੁਛ ਕਰ ਸਕਦਾ ਜੇ, ਤੁਹਾਡੇ ਸਾਹਮਣੇ ਮਿਸਾਲ ਹੈ। ਆਉਣ ਵਾਲੇ ਸਮੇਂ 'ਤੇ ਉਹਦੇ 'ਤੇ ਉਮੀਦ ਰੱਖੀਏ ਤੇ ਅਸੀਂ ਬਾਕੀ ਪੀੜਤ ਪਰਿਵਾਰਾਂ ਨੂੰ ਵੀ ਜਿਹੜਾ ਵਾ ਕਿਤੇ ਨਾ ਕਿਤੇ ਇਨਸਾਫ ਦਿਵਾਈਏ। ਬਹੁਤ ਮਿਹਰਬਾਨੀ ਜੀ। ਗੱਲਬਾਤ ਕਰਦੇ ਹਾਂ, ਕੋਈ ਗਲਤੀ ਗੁਸਤਾਖੀ ਹੋ ਗਈ ਹੋਵੇ ਤੇ ਮਾਜ਼ਰਤ ਚਾਹੁੰਦੇ ਹਾਂ। ਇਸ ਵਕਤ ਜਿਹੜਾ ਇਹ ਤੁਸੀਂ ਇਸ ਚੌਂਕ ਦਾ ਦ੍ਰਿਸ਼ ਵੇਖ ਰਹੇ ਹੋ, ਇਸ ਚੌਂਕ ਇਹ ਪਟੌਦੀ ਸ਼ਹਿਰ ਹੈ ਇੱਕ ਜੀ, ਕਸਬਾ ਪਟੌਦੀ ਦਿੱਲੀ ਦੇ ਕਰੀਬ। ਉੱਥੇ ਜਿੱਥੋਂ ਦੇ ਮਨਸੂਰ ਅਲੀ ਖਾਂ ਪਟੌਦੀ ਹੋਏ ਨੇ, ਬਹੁਤ ਵੱਡੇ ਕ੍ਰਿਕਟਰ, ਔਰ ਸੈਫ ਅਲੀ ਖਾਂ ਦੇ ਫਾਦਰ, ਇਹ ਉਹਨਾਂ ਦਾ ਸ਼ਹਿਰ ਹੈ, ਨਵਾਬਾਂ ਦਾ ਸ਼ਹਿਰ ਹੈ। ਇਸ ਚੌਂਕ ਦੇ ਵਿੱਚ, ਇਸ ਪਟੌਦੀ ਸ਼ਹਿਰ ਦੇ ਵਿੱਚ ਵੀ 17 ਜਿਹੜੇ ਆ ਸਿੱਖ ਮੈਂਬਰਸ ਜਿਹੜੇ ਨੇ ਉਹਨਾਂ ਨੂੰ ਸ਼ਹੀਦ ਕੀਤਾ ਗਿਆ ਸੀ। ਔਰ ਇਸੇ ਚੌਂਕ ਦੇ ਵਿੱਚ 2 ਨੌਜਵਾਨ ਲੜਕੀਆਂ ਨੂੰ ਉਹਨਾਂ ਦਾ ਬਲਾਤਕਾਰ ਕਰਕੇ ਤੇ ਇੱਥੇ ਉਹਨਾਂ ਨੂੰ ਖਤਮ ਕਰ ਦਿੱਤਾ ਗਿਆ ਸੀਗਾ। ਪਿੰਡ ਹੋਂਦ ਚਿੱਲੜ ਦੀ ਅੱਜ ਦਾਸਤਾਨ ਰਿਕਾਰਡ ਕਰਦੇ ਹਾਂ। ਅੱਖਾਂ ਨਮ ਹੋਈਆਂ, ਮਨ ਦੁਖੀ ਹੋਇਆ। सींचा था जिस पेड़ को हमने दे के लहू अपना, उस पेड़ के साए से अब आग बरसती है। जिस देश ਦੇ ਲਈ 90% ਕੁਰਬਾਨੀਆਂ ਕਰਕੇ ਆਜ਼ਾਦੀ ਦਿੱਤੀ, ਇਹਨਾਂ ਲੋਕਾਂ ਨੂੰ ਰਾਜ ਭਾਗ ਦੇ ਭਾਗੀ ਬਣਾਇਆ, ਅੱਜ ਉਸ ਦੇਸ਼ ਦੇ ਵਿੱਚ ਸਾਡੀ ਹੋਂਦ ਦੇ ਉੱਤੇ ਸਵਾਲੀਆ ਨਿਸ਼ਾਨ ਖੜਾ ਹੋ ਗਿਆ। ਪਰ ਇਹ ਕਦੀ ਹੋ ਨਹੀਂ ਸਕਦਾ। ਅਕਸਰ ਸੰਤਾਂ ਮਹਾਂਪੁਰਖਾਂ ਦੇ ਕੋਲੋਂ ਸੁਣਿਆ ਕਿ ਸੱਚੇ ਪਾਤਸ਼ਾਹ ਨੇ ਸਿੱਖ ਕੌਮ ਦੀ ਜਿਹੜੀ ਨੀਂਹ ਹੈ ਪਤਾਲ ਤੋਂ ਰੱਖ ਕੇ ਲਿਆਂਦੀ ਹੈ, ਇਹਦੀ ਹੋਂਦ ਕਦੀ ਖਤਮ ਨਹੀਂ ਹੋ ਸਕਦੀ। ਬੇਸ਼ੱਕ ਇਸ ਤਰ੍ਹਾਂ ਦੇ ਹੋਂਦ ਪਿੰਡ ਕਈ ਵਾਰੀ ਇਹਨਾਂ 'ਤੇ ਹਮਲੇ ਹੋਏ,
ਅਹਿਮਦ ਸ਼ਾਹ ਅਬਦਾਲੀ ਤੋਂ ਲੈ ਕੇ ਅੰਗਰੇਜ਼ ਆਏ, ਫਿਰ ਇਹ ਕਾਲੇ ਅੰਗਰੇਜ਼ ਆਏ, ਹੁਣ ਤੱਕ ਵੀ ਸਾਡੇ ਦੇ ਉੱਤੇ ਇਹ ਕਈ ਤਰ੍ਹਾਂ ਦੀਆਂ ਜਿਹੜੀਆਂ ਨੇ ਸਾਡੇ ਤੇ ਹਮਲੇ ਹੋ ਰਹੇ ਨੇ, ਪਰ ਸਤਿਗੁਰ ਸੱਚੇ ਪਾਤਸ਼ਾਹ ਦੀ ਕਿਰਪਾ ਇਸੇ ਤਰ੍ਹਾਂ ਹੀ ਬਣੀ ਰਹੇਗੀ ਤੇ ਸਿੱਖ ਕੌਮ ਦੀ ਹੋਂਦ ਕਦੀ ਖਤਮ ਨਹੀਂ ਹੋ ਸਕੇਗੀ। ਦੁੱਖਾਂ ਦੀ ਦਾਸਤਾਂ, ਨਸਲਕੁਸ਼ੀ ਦੀ ਗੱਲ ਹਮੇਸ਼ਾ PTN 24 ਤੇ ਹੁੰਦੀ ਰਹੇਗੀ। ਤੁਸੀਂ ਆਪਣੇ ਕਮੈਂਟਸ ਰਾਹੀਂ ਸਾਨੂੰ ਦੱਸਣਾ, ਸਾਨੂੰ ਹੌਸਲਾ ਦੇਣਾ ਤੇ ਅਸੀਂ ਕਦਮ ਦਰ ਕਦਮ ਆਪਣੇ ਰਾਹ ਦੇ ਉੱਤੇ ਚੱਲਦੇ ਰਹਾਂਗੇ। ਸਾਨੂੰ ਤੁਹਾਡੇ ਪਿਆਰ, ਸਤਿਕਾਰ ਤੇ ਸਹਿਯੋਗ ਦੀ ਬਹੁਤ ਲੋੜ ਹੈ। ਗਲਤੀ ਗੁਸਤਾਖੀ ਲਈ ਮਾਜ਼ਰਤ। ਹੁਣ ਤੁਹਾਡੇ ਕੋਲੋਂ ਇਜਾਜ਼ਤ ਚਾਹੁੰਦੇ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।